ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਇੱਕ ਲੁਧਿਆਣੇ ਜਵਦੀ ਕਲਾਂ ਵਿਖੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਇੱਥੇ ਸਿੱਦਕੀ ਸਾਹਿਬ ਨੇ ਜਿਸ ਭਾਵਨਾ ਨਾਲ ਇਸ ਨੂੰ ਬਣਾਇਆ ਔਰ ਜਿਸ ਤਰ੍ਹਾਂ ਇੱਥੇ ਪੜ੍ਹਾਈ ਕੀਤੀ ਜਾ ਰਹੀ ਹੈ ਔਰ ਬਾਣੀ ਦੀ ਵਿਚਾਰ ਕੀਤੀ ਜਾ ਰਹੀ ਹੈ, ਅਸੀਂ ਸਾਰੇ ਸਿੱਦਕੀ ਸਾਹਿਬ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਬਾਣੀ ਵਿਚਾਰ ਕਰਨ ਵਾਸਤੇ ਅਤੇ ਬਾਣੀ ਨੂੰ ਸਮਝ ਕੇ ਅੱਗੇ ਸੰਗਤਾਂ ਨਾਲ ਸਾਂਝ ਕਰਨ ਵਾਸਤੇ ਇਹ ਬਹੁਤ ਸੁੰਦਰ ਅਦਾਰਾ ਤਿਆਰ ਕੀਤਾ। ਅਤੇ ਇੱਥੋਂ ਜੋ ਵੀ ਇੱਥੇ ਪੜ੍ਹਾਉਣ ਵਾਲੇ ਨੇ ਜਾਂ ਇੱਥੋਂ ਦੇ ਪ੍ਰਿੰਸੀਪਲ ਜੀ ਹਨ ਜਾਂ ਜਿਹੜੇ ਇੱਥੇ ਪੜ੍ਹਨ ਆਉਂਦੇ ਨੇ, ਸਾਰਿਆਂ ਦੀ ਡੈਡੀਕੇਸ਼ਨ ਨਾਲ ਉਹ ਵਾਲਾ ਕਾਰਜ ਨੇਪਰੇ ਚੜ੍ਹਾਉਣ ਦਾ ਪੂਰਾ ਯਤਨ ਹੈ। ਸਾਰਿਆਂ ਦਾ ਅਤੇ ਸੰਗਤ ਦਾ ਮੈਂ ਧੰਨਵਾਦੀ ਹਾਂ। ਸੋ ਅੱਜ ਫਿਰ ਸਾਨੂੰ ਮੌਕਾ ਪ੍ਰਾਪਤ ਹੋਇਆ ਕਿ ਅਸੀਂ ਰਲ ਕੇ ਬਾਣੀ ਦੀ ਵਿਚਾਰਾਂ ਸਾਂਝ ਕਰਾਂਗੇ। ਜਦੋਂ ਅਸੀਂ ਬਾਣੀ ਦਾ ਕੋਈ ਵੀ ਸ਼ਬਦ ਪੜ੍ਹਦੇ ਹਾਂ ਤਾਂ ਉਸ ਵਿੱਚ ਸਾਨੂੰ ਕਈ ਪੱਖਾਂ ਤੋਂ ਇਤਿਹਾਸ ਵੀ ਮਿਲਦਾ ਹੈ। ਇਤਿਹਾਸ ਆਪਣੀ ਜਗ੍ਹਾ ਇੱਕ ਵਾਪਰਿਆ ਹੋਇਆ ਸਾਡੇ ਸਾਹਮਣੇ ਅੰਗ ਹੈ, ਪਰ ਇਹ ਬਾਣੀ ਜਿਸ ਨੂੰ ਅਸੀਂ ਜੁਗੋ ਜੁਗ ਅਟਲ ਕਹਿੰਦੇ ਹਾਂ, ਇਹ ਹਮੇਸ਼ਾ ਲਈ ਸੱਚੀ ਹੈ, ਕਿਉਂਕਿ ਆਉਣ ਵਾਲੀਆਂ ਜਦੋਂ ਤੱਕ ਨਸਲਾਂ ਨੇ, ਜਿਹੜਾ ਵੀ ਮਨੁੱਖ ਇਹਨਾਂ 'ਚੋਂ ਆਪਣੇ ਜੀਵਨ ਨੂੰ ਉੱਚਿਆਂ ਕਰਨ ਵਾਸਤੇ ਸੇਧ ਲੈਣਾ ਚਾਹੇ ਤਾਂ ਉਹ ਲੈ ਸਕਦਾ ਹੈ। ਮਤਲਬ ਇਹ ਮੈਸੇਜ ਹਮੇਸ਼ਾ ਖਰਾ ਸੱਚ ਹੈ ਔਰ ਔਬਸਲੀਟ ਕਦੇ ਵੀ ਹੋਣ ਵਾਲਾ ਨਹੀਂ ਹੈ। ਹਮੇਸ਼ਾ ਇਹਦੇ 'ਚੋਂ ਸਾਨੂੰ ਸੱਚ ਪ੍ਰਾਪਤ ਹੋਏਗਾ, ਬਸ਼ਰਤੇ ਜਿਹੜਾ ਮਨ ਬੜੀ ਨਿਮਰਤਾ ਨਾਲ ਇਸ ਸੱਚ ਨੂੰ ਲੈਣਾ ਚਾਹੁੰਦਾ ਹੈ। ਜੇਕਰ ਅਸੀਂ ਪੜ੍ਹਦੇ ਹਾਂ ਜਿਉ ਮੈਲੇ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ, ਤਾਂ ਅਸੀਂ ਆਪਣਾ ਸਮਾਂ ਜ਼ਾਇਆ ਕਰ ਰਹੇ ਹਾਂ, ਕਿਉਂਕਿ ਉਸ ਵੇਲੇ ਅਸੀਂ ਹਿਪੋਕਰੇਟ ਹੋ ਗਏ, ਮਨ ਹੋਰ ਮੁੱਖ ਹੋਰ ਦੀ ਅਵਸਥਾ ਬਣ ਗਈ। ਅਤੇ ਹਿਪੋਕਰੇਟ ਹੋ ਕੇ ਸਾਡੇ ਚਾਰੋਂ ਪਾਸੇ ਆਲਾ ਦੁਆਲਾ ਔਰ ਸਾਰਿਆਂ ਨਾਲ ਰਿਲੇਸ਼ਨਸ਼ਿਪ ਗੜਬੜ ਹੋ ਜਾਂਦੀ ਹੈ। ਪਰ ਜੇਕਰ ਅਸੀਂ ਹਿਪੋਕਰੇਸੀ ਨਾ ਛੱਡੀਏ ਤਾਂ ਅੰਤਰ ਆਤਮੇ ਦੇ ਵਿੱਚ ਵਸਦੇ ਹੋਏ ਰੱਬ ਜੀ ਨਾਲ ਵੀ ਸਾਡੀ ਇਕਮਿਕਤਾ ਨਹੀਂ ਰਹਿੰਦੀ, ਉਹਨਾਂ ਨਾਲ ਵੀ ਸਾਡੀ ਇਕਮਿਕਤਾ ਟੁੱਟ ਹੀ ਜਾਂਦੀ ਹੈ। ਟੂਟ ਪ੍ਰੀਤ ਗਈ ਬੁਰ ਬੋਲ, ਜਿਉਂ ਹੀ ਮੈਂ ਭੈੜੇ ਬੋਲ ਇਸ ਜ਼ਬਾਨ ਤੋਂ ਬੋਲੇ ਨਹੀਂ, ਮੇਰੇ ਮਨ ਦੇ ਖਿਆਲ ਵਿੱਚ ਆਏ ਤਾਂ ਮਾਨੋ ਮਨ ਦੀ ਜ਼ਬਾਨ ਨੇ ਬੋਲ ਦਿੱਤੇ ਔਰ ਮੇਰੀ ਰੱਬ ਜੀ ਨਾਲ ਇਕਮਿਕਤਾ ਟੁੱਟ ਗਈ, ਪ੍ਰੀਤ ਟੁੱਟ ਗਈ। ਇਹਦਾ ਮਤਲਬ ਜੋ ਇਨਸਾਨ ਰੱਬ ਜੀ ਨਾਲ ਪ੍ਰੀਤ ਨਹੀਂ ਤੋੜਨਾ ਚਾਹੁੰਦਾ, ਉਸ ਨੂੰ ਆਪਣੇ ਮਨ ਦੀ ਜ਼ਬਾਨ ਠੀਕ ਕਰਨੀ ਪਏਗੀ। ਮਨ ਦੀ ਜ਼ਬਾਨ ਠੀਕ ਹੋ ਗਈ ਤਾਂ ਇਸ ਜ਼ਬਾਨ ਨਾਲ ਵੀ ਉਹ ਕਿਸੇ ਦੇ ਬਾਰੇ ਮਾੜੇ ਬੋਲ ਨਹੀਂ ਬੋਲੇਗਾ, ਨਾ ਨਿੰਦਾ ਕਰੇਗਾ, ਨਾ ਕਿਸੇ ਦਾ ਵਿਗਾੜ ਕਰੇਗਾ, ਨਾ ਕਿਸੇ ਨੂੰ ਗਾਲਾਂ ਕੱਢੇਗਾ, ਨਾ ਕਿਸੇ ਨੂੰ ਬੁਰਾ ਭਲਾ ਕਹੇਗਾ। ਭਾਵੇਂ ਕਿਸੇ ਨੇ ਸੱਚੀ ਮੁੱਚੀ ਕੋਈ ਗਲਤੀ ਕੀਤੀ ਹੋਵੇ, ਭਾਵੇਂ ਕੋਈ ਵੀ ਸਾਡੇ ਸਾਹਮਣੇ ਪ੍ਰੂਫ ਹੋਣ, ਫਿਰ ਵੀ ਉਹ ਸਤਿਗੁਰ ਦੀ ਮੱਤ ਅਨੁਸਾਰ ਪਰਦੇ ਕੱਢਣਾ ਸਿੱਖੇਗਾ, ਕਿਸੇ ਦੀ ਪੱਤ ਉੱਤੋਂ ਪਰਦੇ ਚੁੱਕਣ ਵਾਲੀ ਮੱਤ ਤੋਂ ਮੁਕਤ ਹੋ ਜਾਏ। ਸੋ ਸਾਨੂੰ ਜੇ ਜਾਚ ਆ ਜਾਏ ਤਾਂ ਅਸੀਂ ਕਿਸੇ ਦੇ ਬਾਰੇ ਕੋਈ ਨੁਕਸ ਜੇ ਦੇਖੀਏ, ਉਹਨੂੰ ਰੰਗੇ ਹੱਥੋਂ ਜੇ ਫੜ ਲਈਏ, ਜਾਂ ਕੋਈ ਸਾਨੂੰ ਦਿਖਾਏ ਔਰ ਕੋਈ ਕਹੇ ਮੇਰੇ ਕੋਲ ਪ੍ਰੂਫ ਹਨ, ਤਾਂ ਵੀ ਅਸੀਂ ਉਸ ਗੱਲ ਨੂੰ ਅੱਗੇ ਨਹੀਂ ਟੋਰਾਂਗੇ। ਅਸੀਂ ਕਿਸੇ ਦੇ ਬਾਰੇ ਗੱਲ ਨਹੀਂ ਕਰਾਂਗੇ, ਕੇਵਲ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦਿਆਂਗੇ, ਮੈਂ ਜੀਵਨ ਕਿਸ ਤਰ੍ਹਾਂ ਜੀਣਾ ਹੈ। ਨਿੰਦਾ ਭਲੀ ਕਿਸੇ ਕੀ ਨਾਏ ਜਾਂ ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਇਹ ਵਾਲੀ ਜੀਵਨ ਜਾਚ ਸਾਡੀ ਆਪੇ ਹੀ ਬਣ ਜਾਏਗੀ।
ਵਰਨਾ ਅਸੀਂ ਇਸ ਦਾ ਪਾਠ ਹੀ ਕਰਦੇ ਹਾਂ। ਕਈ ਵਾਰੀ ਅਸੀਂ ਇਹ ਕਹਿੰਦੇ ਹਾਂ ਫਲਾਣਾ ਬੰਦਾ ਬੁਰਾ ਹੈ, ਠੱਗ ਹੈ, ਧੋਖੇਬਾਜ਼ ਹੈ, ਮੇਰੇ ਕੋਲ ਪੈਸੇ ਲੈ ਕੇ ਮੁੱਕਰ ਗਿਆ ਸੀ। ਇਸ ਕਰਕੇ ਦੂਜਿਆਂ ਨੂੰ ਅਸੀਂ ਉਹਦੇ ਬਾਰੇ ਸੁਚੇਤ ਕਰਾਉਂਦੇ ਹਾਂ, ਇਹਦੇ ਕੋਲੋਂ ਬਚ ਕੇ ਰਹਿਣਾ। ਲੇਕਿਨ ਸਾਨੂੰ ਅਸਲੀਅਤ ਕਦੇ ਵੀ ਨਹੀਂ ਪਤਾ ਲੱਗ ਸਕਦੀ ਕਿ ਉਹ ਵਾਪਸ ਕਿਉਂ ਨਹੀਂ ਕਰ ਸਕਿਆ। ਹੋ ਸਕਦਾ ਉਹ ਤਹਿ ਦਿਲੋਂ ਚਾਹੁੰਦਾ ਹੋਵੇ ਪਰ ਨਹੀਂ ਕਰ ਸਕਿਆ। ਹੋ ਸਕਦਾ ਉਹ ਚਾਹੁੰਦਾ ਹੋਵੇ, ਉਹਦੇ ਕੋਲ ਪ੍ਰਾਪਤ ਹੀ ਨਹੀਂ ਹੋਏ ਔਰ ਤੁਹਾਨੂੰ ਨਹੀਂ ਦੇ ਸਕਿਆ। ਇਸ ਤਰ੍ਹਾਂ ਮੈਂ ਇੱਕ ਲੌਜਿਕ ਪੇਸ਼ ਕਰ ਰਿਹਾ ਵਾਂ ਕਿ ਅਸੀਂ ਕਿਸੇ ਨੂੰ ਇਸ ਤਰ੍ਹਾਂ ਭੰਡ ਨਹੀਂ ਸਕਦੇ ਹਾਂ। ਸੋ ਕਦੇ ਕਿਸੇ ਨੂੰ ਸੁਚੇਤ ਕਰਾਉਣ ਦਾ ਕੁਝ ਫਾਇਦਾ ਨਹੀਂ, ਪਰ ਆਪਣੀ ਆਦਤ ਵਿਗੜ ਜਾਏਗੀ। ਮੰਨ ਲਿਆ ਮੇਰੇ ਕੋਲੋਂ ਕਿਸੇ ਨੇ 1 ਲੱਖ ਰੁਪਇਆ ਲਿਆ ਸੀ ਔਰ ਉਹ ਮੁੱਕਰ ਗਿਆ, ਉਹ ਮੇਰੇ ਨਹੀਂ ਦੇ ਰਿਹਾ। ਹੁਣ ਦੂਜੇ ਨੂੰ ਮੈਂ ਸਮਝਾ ਰਿਹਾ ਕਿ ਤੁਸੀਂ ਇਹਦੇ ਕੋਲ ਬਚ ਕੇ ਰਹਿਣਾ। ਹੋ ਸਕਦਾ ਉਹਦਾ 1 ਕਰੋੜ ਬਚ ਜਾਏ, ਹੋ ਸਕਦਾ ਉਹਦਾ 10 ਕਰੋੜ ਬਚ ਜਾਏ। ਉਹਦਾ 10 ਕਰੋੜ ਬਚਾ ਕੇ ਵੀ ਜੇ ਮੈਨੂੰ ਨਿੰਦਕ ਦੀ ਆਦਤ ਪੈ ਗਈ, ਇਹ ਕਰੋੜਾਂ ਖਰਚ ਕੇ ਵੀ ਮੇਰੇ ਉੱਤੇ ਖਰਚ ਕੀਤੇ ਜਾਣ, ਤਾਂ ਮੇਰੀ ਇਹ ਅਵਸਥਾ ਠੀਕ ਨਹੀਂ ਹੋ ਸਕਦੀ। ਇਸ ਕਰਕੇ ਮੈਂ ਆਪਣੇ ਆਪ ਬਾਰੇ ਸੋਚਣਾ ਹੈ। ਸਤਿਗੁਰ ਦੀ ਮੱਤ ਦਾ ਪੱਲਾ ਆਪਣੇ ਮੱਤ ਉੱਤੇ ਪਾਉਣਾ ਹੈ, ਤਾਂ ਮੈਂ ਅੰਦਰੋਂ ਬਾਹਰੋਂ ਫਿਰ ਇੱਕਮਿਕ ਹੋਣ ਵਾਲੀ ਅਵਸਥਾ ਵੱਲ ਵਧਾਂਗਾ। ਜੀਓ ਮੈਲੇ ਬਾਹਰੋਂ ਨਿਰਮਲ ਦੇ ਬਦਲੇ ਜੀਓ ਨਿਰਮਲ ਬਾਹਰੋਂ ਨਿਰਮਲ ਦੀ ਅਵਸਥਾ ਸਿੱਖਾਂਗਾ। ਜਿਹੜਾ ਅੰਦਰੋਂ ਠੀਕ ਨਹੀਂ ਹੈ, ਉਹ ਬਾਹਰੋਂ ਸਿਹਤ ਠੀਕ ਦਿਖਾ ਰਿਹਾ ਹੈ, ਉਹਦਾ ਬਲੱਡ ਪ੍ਰੈਸ਼ਰ ਠੀਕ ਹੈ, ਉਸ ਨੂੰ ਸ਼ੂਗਰ ਵੀ ਨਹੀਂ ਹੈ, ਉਹ ਦਵਾਈਆਂ ਵੀ ਕੋਈ ਨਹੀਂ ਖਾਂਦਾ, ਉਹ ਰਾਤੀ ਟਾਈਮ ਸਿਰ ਸੌਂ ਕੇ ਸਵੇਰੇ ਉੱਠ ਵੀ ਜਾਂਦਾ ਹੈ, ਸਾਨੂੰ ਫਿਜ਼ੀਕਲੀ ਹੈਲਦੀ ਲੱਗਦਾ ਹੈ, ਪਰ ਆਤਮਿਕ ਤੌਰ 'ਤੇ ਮਾਨਸਿਕ ਤੌਰ 'ਤੇ ਉਹ ਅਨਹੈਲਦੀ ਹੈ। ਜੇ ਉਸ ਨੂੰ ਕਿਸੇ ਬਾਰੇ ਨਫ਼ਰਤ ਆਉਂਦੀ ਹੈ, ਜੇ ਉਹ ਕਿਸੇ ਬਾਰੇ ਵਿਤਕਰਾ ਕਰਦਾ ਹੈ, ਉਹ ਜੇ ਅੰਦਰੋਂ ਠੀਕ ਨਹੀਂ ਤਾਂ ਬਾਹਰੋਂ ਵੀ ਠੀਕ ਨਹੀਂ। ਜੀਓ ਮੈਲੇ ਬਾਹਰੋਂ ਨਿਰਮਲ। ਪਰ ਗੁਰੂ ਪਾਤਸ਼ਾਹ ਨੂੰ 50% ਜਿਹੜਾ ਹੋਵੇ ਉਹ ਮਾਫਕ ਹੀ ਨਹੀਂ। ਉਹ ਕਹਿੰਦੇ ਨੇ ਜੀਓ ਨਿਰਮਲ ਬਾਹਰੋਂ ਨਿਰਮਲ ਚਾਹੀਦਾ ਹੈ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਹੀਂ। ਹੁਣ ਇਹ ਕੂੜ ਕੀ ਸੋਏ ਹੈ, ਮੈਨੂੰ ਕਿਸੇ ਨੇ ਫੋਨ 'ਤੇ ਦੱਸਿਆ ਫਲਾਣਾ ਮਨੁੱਖ ਭੈੜਾ ਹੈ। ਮੈਂ ਛੇਤੀ ਤੋਂ ਛੇਤੀ ਉਹਨੂੰ ਕਹਿਣਾ ਮਨੁੱਖ ਰੋਜ਼ ਕੋਈ ਨਾ ਕੋਈ ਭੈੜ ਕਰਦੇ ਰਹਿਣਗੇ, ਮੇਰਾ ਸਮਾਂ ਜ਼ਾਇਆ ਹੋ ਜਾਏਗਾ, ਤੁਸੀਂ ਕੋਈ ਕੀਮਤੀ ਗੱਲ ਕਰੋ। ਜੇ ਮੈਨੂੰ ਕਿਸੇ ਬਾਰੇ ਪਤਾ ਤੇ ਮੈਂ ਕਿਸੇ ਹੋਰ ਦਾ ਸਮਾਂ ਜ਼ਾਇਆ ਨਾ ਕਰਾਂ, ਇਸ ਕਰਕੇ ਮੈਂ ਆਪਣਾ ਸਮਾਂ ਉਸ ਦੀ ਨਿੰਦਾ ਨੂੰ ਟਰਾਂਸਮਿਟ ਕਰਨ ਵਾਸਤੇ, ਦੁਨੀਆ ਤੱਕ ਪਹੁੰਚਾਉਣ ਵਾਸਤੇ ਆਪਣਾ ਸਮਾਂ ਜ਼ਾਇਆ ਨਹੀਂ ਕਰਾਂਗਾ। ਇਸ ਪੱਖੋਂ ਮੈਂ ਮੁਕਤ ਹੋ ਗਿਆ, ਕੂੜ ਕੀ ਸੋਏ ਪਹੁੰਚੇ ਨਹੀਂ। ਮੇਰਾ ਮਨ ਪਹਿਲਾਂ ਇਹ ਭ੍ਰਿਸ਼ਟਾਚਾਰ ਕਰਦਾ ਹੈ, ਇਹ ਨਿੰਦਾ ਕਰਦਾ ਹੈ, ਲੋਕਾਂ ਨਾਲ ਗੌਸਪਿੰਗ ਕਰਦਾ ਹੈ, ਲੋਕਾਂ ਨਾਲ ਅਣਕਾਏ ਰਾਤੜਿਆਂ ਵਾਲੀ ਐਕਸਰਸਾਈਜ਼ ਵਿੱਚ ਮਸਤ ਰਹਿੰਦਾ ਹੈ। ਇਸੀ ਕਰਕੇ ਅਸੀਂ ਦਾਜ ਪ੍ਰਥਾ ਦੇ ਬਾਰੇ ਲੋਕਾਂ ਦੇ ਨਾਲ ਦੰਦ ਕਥਾ ਕਰਦੇ ਰਹਿੰਦੇ ਹਾਂ ਕਿ ਦੇਖੋ ਜੀ ਫਲਾਣਿਆਂ ਨੇ ਇਤਨਾ ਦਾਜ ਦਿੱਤਾ, ਫਲਾਣਿਆਂ ਨੇ ਇਤਨਾ ਦਾਜ ਲਿੱਤਾ। ਅਸੀਂ ਇਹ ਗੱਲਾਂ ਟੋੜਦੇ ਰਹਿੰਦੇ ਹਾਂ, ਲੇਕਿਨ ਅਸੀਂ ਇਹ ਗੱਲਾਂ ਜੇ ਅੱਗੇ ਨਾ ਟੋਰੀਏ ਤਾਂ ਬਣ ਜਾਏਗੀ। ਲੇਕਿਨ ਅੱਜ ਦਾ ਟੀਵੀ ਮੀਡੀਆ ਵੀ ਇਹ ਗੱਲਾਂ ਦਿਖਾਉਂਦਾ ਹੈ, ਫਲਾਣੀ ਜਗ੍ਹਾ ਮਾਰ ਦਿੱਤਾ, ਫਲਾਣੀ ਜਗ੍ਹਾ ਲੁੱਟ ਲਿਆ, ਫਲਾਣੀ ਜਗ੍ਹਾ ਬਰਾਤ ਹੀ ਚੇਂਜ ਹੋ ਗਿਆ, ਫਲਾਣੀ ਜਗ੍ਹਾ ਇੰਝ ਹੋ ਗਿਆ। ਪਰ ਕਦੇ 10-15 ਦਿਨਾਂ ਬਾਅਦ ਨਹੀਂ, 10-15 ਸਾਲਾਂ ਬਾਅਦ ਹੀ ਖਬਰ ਆਉਂਦੀ ਹੈ ਫਲਾਣੀ ਜਗ੍ਹਾ ਸਾਦਾ ਵਿਆਹ ਹੋਇਆ, ਬਿਨਾਂ ਦਾਜ ਤੋਂ ਹੋਇਆ, ਬਿਨਾਂ ਸ਼ਰਾਬ ਤੋਂ ਹੋਇਆ। ਇਹ ਖਬਰ ਘੱਟ ਹੀ ਆਉਂਦੀ ਹੈ। ਜੇ ਚੰਗੀ ਖਬਰ ਫੈਲਾਈ ਨਹੀਂ ਗਈ ਤਾਂ ਮੰਦੀ ਖਬਰ ਫੈਲਾਉਣ ਦੇ ਨਾਲ ਲੋਕਾਂ ਦੀ ਬਿਰਤੀ ਹੈ ਕਿ ਲੋਕੀ ਮੰਦੀ ਭਾਵਨਾ ਲੈ ਹੀ ਲੈਂਦੇ ਹਨ। ਇਹਦਾ ਮਤਲਬ ਜਦੋਂ ਅਸੀਂ ਕੂੜ ਕੀ ਸੋਏ ਪਹੁੰਚੇ ਨਹੀਂ ਵਾਲਾ ਜੀਵਨ ਸਤਿਗੁਰ ਦੀ ਮੱਤ ਅਨੁਸਾਰ ਨਹੀਂ ਜੀਂਦੇ ਹਾਂ ਤਾਂ ਕੂੜ ਕੀ ਸੋਏ ਪਹੁੰਚ ਜਾਂਦੇ ਹਾਂ, ਤਾਂ ਫਿਰ ਅਸੀਂ ਦੁਨੀਆ ਦੇ ਨਾਲ ਮੰਦੇ ਖਿਆਲ, ਮੰਦੀਆਂ ਗੱਲਾਂ ਟਰਾਂਸਮਿਟ ਕਰਦੇ ਰਹਿੰਦੇ ਹਾਂ। ਜਦੋਂ ਕਦੇ ਵੀ ਕੋਈ ਇਸਤਰੀ ਮਰਦ ਕਿਸੇ ਦੇ ਬਾਰੇ ਕੋਈ ਕਰੈਕਟਰ ਨੀਵੇਂ ਦੀ ਕੋਈ ਗੱਲ ਸਾਡੇ ਨਾਲ ਕਰੇ, ਸਾਡੇ ਦੁਸ਼ਮਣ ਬਾਰੇ ਵੀ ਜੇ ਕਰੇ, ਤਾਂ ਸਾਨੂੰ ਇਹ ਗੱਲਾਂ ਅੱਗੇ ਨਹੀਂ ਕਰਨੀਆਂ। ਵੀ ਆਰ ਨਾਟ ਸਪੋਜ਼ ਟੂ ਵੇਸਟ ਅਵਰ ਟਾਈਮ। ਆਪਣਾ ਸਮਾਂ ਅਸੀਂ ਜ਼ਾਇਆ ਨਹੀਂ ਕਰਨਾ ਕਿ ਕੌਣ ਆਚਰਣ ਤੋਂ ਢਹਿ ਪਿਆ ਤੇ ਕੌਣ ਆਚਰਣ ਤੋਂ ਨਹੀਂ ਡਿੱਗਾ।
ਆਸਤਾ ਆਸਤਾ ਖਬਰ ਖਤਮ ਹੁੰਦੀ ਜਾਏਗੀ। ਪਰ ਮੇਰਾ ਸਮਝ ਆਇਆ ਨਹੀਂ ਹੋਏਗਾ। ਸਾਨੂੰ ਸਵਾਦ ਆਉਂਦਾ ਕਿਸੇ ਦੀ ਕਸ਼ਤੀ ਵਿੱਚ ਮੋਰੀ ਦਿਸੇ, ਅਸੀਂ ਉਸ ਮੋਰੀ ਨੂੰ ਹਾਈਲਾਈਟ ਕਰੀਏ। ਜੋ ਛਿद्र ਦੇਖ ਨਿੰਦਕ ਉਮਾ ਹੈ। ਨਿੰਦਕ ਨੂੰ ਬੜਾ ਸਵਾਦ ਆਉਂਦਾ ਕਿ ਕਿਸੇ ਦੀ ਕਸ਼ਤੀ 'ਚੋਂ ਕੋਈ ਛੇਦ ਨਜ਼ਰ ਆ ਗਿਆ। ਇਹਦੇ ਨਾਲ ਮੇਰਾ ਜੀਵਨ ਬਦਲਦਾ ਹੈ। ਜਿਉ ਨਿਰਮਲ ਬਾਹਰੋਂ ਨਿਰਮਲ, ਪਹਿਲਾਂ ਅੰਦਰੋਂ ਮੈਂ ਠੀਕ ਹੋਵਾਂਗਾ, ਬਾਹਰੋਂ ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ। ਮਨਸ਼ਾ ਸੱਚ ਸਮਾਣੀ, ਮੇਰੀ ਮਨਸ਼ਾ ਹੈ ਸੱਚ ਨਾਲ ਜੁੜਾ, ਸੱਚ ਨਾਲ ਇੱਕ ਹੋਵਾਂ। ਜਨਮ ਰਤਨ ਜਿਹਨੇ ਖੱਟਿਆ ਭਲੇ ਸੇ ਵਣਜਾਰੇ, ਅਸੀਂ ਸੱਚ ਦੇ ਵਣਜਾਰੇ ਬਣਨਾ ਹੈ। ਮੈਨੂੰ ਸੱਚ ਵੱਧ ਤੋਂ ਵੱਧ ਕਿੱਥੋਂ ਮਿਲੇ, ਮੈਂ ਉਹ ਲੈਣਾ ਹੈ। ਜਦੋਂ ਸੱਚ ਲੈਂਦੇ ਆ ਤਾਂ ਸਾਡਾ ਜੀਵਨ ਬਣਦਾ ਹੈ। ਪਰ ਜੇ ਸੱਚ ਲੈਣ ਵੇਲੇ ਸਾਨੂੰ ਨੀਂਦਰ ਆ ਜਾਵੇ, ਸੱਚ ਸੁਣਨ ਵੇਲੇ ਸਾਡਾ ਮਨ ਬੋਰੀਅਤ ਫੀਲ ਕਰੇ, ਤਾਂ ਫਿਰ ਅਸੀਂ ਸਚਿਆਰ ਸਿੱਖ ਨਹੀਂ ਰਹੇ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਫਿਰ ਅਸੀਂ ਕੁੜਿਆਰ ਹੋ ਗਏ। ਕੁੜਿਆਰ ਕੁੜਿਆਰੀ ਜਾਏ ਰਲੇ। ਜੋ ਵੀ ਐਸੀਆਂ ਨਿੰਦਕ ਗੱਲਾਂ ਕਰਦੇ ਹਨ, ਅਸੀਂ ਉਹਨਾਂ ਕੋਲ ਜਾ ਕੇ ਬੈਠ ਜਾਂਦੇ ਹਾਂ। ਭਾਵੇਂ ਕੋਈ ਮੈਨੂੰ ਨਿੰਦਕ ਗੱਲਾਂ ਫੋਨ ਰਾਹੀਂ ਸੁਣਾਏ, ਭਾਵੇਂ ਵਿਆਹ ਸ਼ਾਦੀ ਪਾਰਟੀ ਕਿੱਟੀ 'ਤੇ ਬੈਠ ਕੇ ਸੁਣਾਏ, ਭਾਵੇਂ ਗੁਰਦੁਆਰੇ ਲੰਗਰ ਵਿੱਚ ਬੈਠ ਕੇ ਸੁਣਾਏ, ਭਾਵੇਂ ਜਿੱਥੇ ਮਰਜ਼ੀ ਬੈਠ ਕੇ ਸੁਣਾਏ, ਭਾਵੇਂ ਮੈਨੂੰ ਟੀਵੀ ਦੇ ਰਾਹੀਂ ਮੀਡੀਆ ਰਾਹੀਂ ਮੰਦੀ ਗੱਲ ਮੇਰੇ ਪੱਲੇ ਪਾਈ ਜਾਏ, ਉਹ ਇਹਨਾਂ ਤੋਂ ਛੁੱਟ ਜਾਂਦੇ ਨੇ ਜੋ ਸੱਚ ਦੇ ਵਣਜਾਰੇ ਹੋਣ। ਪਰ ਜੋ ਸੱਚ ਦੇ ਵਣਜਾਰੇ ਨਹੀਂ, ਉਹ ਕੁੜਿਆਰ ਕੁੜਿਆਰੀ ਜਾਏ ਰਲੇ। ਓਏ ਵਲ ਛਲ ਕਰ ਝੱਤ ਕੱਢਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਉਹਨਾਂ ਨੂੰ ਕੂੜ ਦੀ ਗੱਲ ਲੱਖਾਂ ਵਾਰੀ ਸੁਣਾਈ ਜਾਏ, ਡਿਟੇਲ ਹੀ ਸੁਣਾਈ ਜਾਏ, ਮਿਰਚ ਮਸਾਲੇ ਲਗਾ ਕੇ ਸੁਣਾਈ ਜਾਏ, ਪਸੰਦ ਆਉਂਦੀ ਹੈ। ਸਮਾਂ ਜ਼ਾਇਆ ਕਰਨ ਵਿੱਚ ਸਵਾਦ ਆਉਂਦਾ ਹੈ। ਮੈਨੂੰ ਇੱਕ ਵਿਅੰਗ ਯਾਦ ਆਇਆ। ਪਤੀ ਕਹਿੰਦਾ ਹੈ, ਮੇਰੀ ਪਤਨੀ ਹਰ ਵੇਲੇ ਫੋਨ 'ਤੇ ਲੰਬੀਆਂ ਲੰਬੀਆਂ ਗੱਲਾਂ ਕਰਦੀ ਰਹਿੰਦੀ ਹੈ, ਐਵੇਂ ਬੇਤੁਕੀਆਂ ਬੇਲੋੜੀਆਂ। ਸੋ ਇੱਕ ਦਿਨ ਕਿਸੇ ਨੇ ਪੁੱਛਿਆ ਕਿਤਨੇ, ਕਹਿੰਦਾ ਜੀ ਘੰਟੇ ਘੰਟੇ 2-2 ਘੰਟੇ ਗੱਲਾਂ ਕਰਦੀ ਰਹਿੰਦੀ ਆ। ਸੋ ਇੱਕ ਦਿਨ ਪਤਨੀ ਨੇ ਫੋਨ ਚੁੱਕਿਆ, ਫੋਨ ਦੀ ਬੈਲ ਹੋਈ, ਫੋਨ ਚੁੱਕਿਆ, 15-20 ਮਿੰਟ ਬਾਅਦ ਫੋਨ ਰੱਖ ਦਿੱਤਾ। ਪਤੀ ਬੜਾ ਹੈਰਾਨ ਹੋਇਆ, ਇੰਨੀਆਂ ਲੰਬੀਆਂ ਗੱਲਾਂ ਕਰਦੀ ਹੈ, ਅੱਜ ਪਤਾ ਨਹੀਂ ਕੀ ਵਾਪਰ ਗਿਆ, 15-20 ਮਿੰਟਾਂ 'ਚ ਇਹਨੇ ਛੇਤੀ ਨਾਲ ਫੋਨ ਰੱਖ ਦਿੱਤਾ। ਉਹਨੂੰ ਪੁੱਛਦਾ ਕਿਹਦਾ ਸੀ, ਕਹਿੰਦੀ ਹੈ ਰੋਂਗ ਨੰਬਰ ਸੀ। ਰੋਂਗ ਨੰਬਰ ਨਾਲ 20 ਮਿੰਟ ਗੱਲਾਂ ਹੋਈਆਂ। ਇਸ ਤਰ੍ਹਾਂ ਅਣਕਾਏ ਰਾਤੜਿਆਂ ਵਾਲਾ ਕੰਮ ਅਸੀਂ ਕਰਦੇ ਹਾਂ। ਜਦੋਂ ਅਣਕਾਏ ਰਾਤੜੇ ਵਾਲਾ ਕੰਮ ਕਰਦੇ ਹਾਂ, ਸਾਡਾ ਜੀਵਨ ਮੁਸ਼ਕਲ ਹੁੰਦਾ ਜਾਂਦਾ ਹੈ, ਡੁਐਲਿਟੀ ਵਾਲਾ ਹੁੰਦਾ ਜਾਂਦਾ ਹੈ। ਵਾਟ ਦੁਹੇਲੀ ਰਾਹ ਹੋਰ ਮੁਸ਼ਕਲ ਹੁੰਦਾ ਜਾਂਦਾ ਹੈ। ਜਿਤਨਾ ਮੁਸ਼ਕਲ ਹੁੰਦਾ ਜਾਂਦਾ ਹੈ, ਉਤਨਾ ਪੇਸ਼ ਕਰਨ ਵਾਲੇ ਹੋਰ ਮੁਸ਼ਕਲ ਪੇਸ਼ ਕਰਦੇ ਨੇ। ਅਸੀਂ ਕਹਿੰਦੇ ਇਟ ਇਜ਼ ਇੰਪੋਸੀਬਲ, ਉਹ ਜੀ ਇਹ ਤਾਂ ਕਿਤਾਬ 'ਚ ਗੱਲਾਂ ਨੇ, ਉਹ ਜੀ ਇਹ ਗੱਲਾਂ ਅੱਜ ਕੱਲ੍ਹ ਕੌਣ ਕਰਦਾ, ਮੋਰਲਸ ਦੀਆਂ ਤਾਂ ਗੱਲਾਂ ਕਰੋ ਹੀ ਨਾ ਜੀ। ਸੋ ਮੋਰਲਸ ਡੇ ਬਾਈ ਡੇ ਸਾਡੇ ਡਾਊਨ ਹੁੰਦੇ ਜਾ ਰਹੇ ਨੇ, ਕਿਉਂਕਿ ਅਸੀਂ ਕੂੜ ਦੀਆਂ ਗੱਲਾਂ ਕਰਦੇ ਹਾਂ। ਮੋਰਲਸ ਦੀ ਗੱਲ ਕਰਨ ਵੇਲੇ ਡਿਟੇਲ ਕੋਈ ਸੁਣਨਾ ਨਹੀਂ ਚਾਹੁੰਦਾ। ਮੈਂ ਇੱਕ ਜਾਪਾਨੀ ਥਿੰਕਰ ਦੀ ਬੁੱਕ ਪੜ੍ਹ ਰਿਹਾ ਸੀ। ਉਹ ਕਹਿੰਦਾ ਹੈ ਕਿ ਕਈ ਲੋਕਾਂ ਨੂੰ ਸ਼ੌਕ ਹੁੰਦਾ ਬਚਪਨ ਤੋਂ, ਸਵਾਲ ਪੇਸ਼ ਹੋਇਆ ਹੱਲ ਕਰਨਾ ਨਹੀਂ ਆਉਂਦਾ, ਉਹ ਕਿਤਾਬ ਦਾ ਆਖਰੀ ਪੰਨਾ ਖੋਲ੍ਹਦੇ ਨੇ, ਜਿਹਨੂੰ ਕੁੰਜੀ ਕਹਿੰਦੇ ਨੇ, ਜਾਂ ਆਪਣੀ ਪੁਸਤਕ ਦਾ ਆਖਰੀ ਪੰਨੇ 'ਤੇ ਆਨਸਰ ਲਿਖਿਆ ਹੁੰਦਾ। ਜਿਹੜੇ ਆਖਰੀ ਪੰਨੇ ਤੋਂ ਛੇਤੀ ਛੇਤੀ ਆਨਸਰ ਲੱਭ ਲੈਂਦੇ ਨੇ, ਉਹਨਾਂ ਨੂੰ ਵਿਜ਼ਡਮ, ਸਤਿਗੁਰ ਕੀ ਮੱਤ ਸਮਝ ਨਹੀਂ ਆਉਂਦੀ ਹੈ। ਇਟ ਟੇਕਸ ਟਾਈਮ, ਇਟ ਨੀਡਸ ਆਵਰਸ ਐਂਡ ਆਵਰਸ। ਕਈ ਲੋਕ ਕਹਿੰਦੇ ਹਨ, ਵੀਰ ਜੀ ਇੱਕ ਇੱਕ ਸ਼ਬਦ ਦੀ ਵਿਚਾਰਨੀ ਲੰਬੀ ਲੰਬੀ ਕਿਉਂ ਕਰਦੇ ਹੋ? ਮੈਨੂੰ ਯਾਦ ਹੈ ਜਦੋਂ ਮੈਂ ਗੌਰਮੈਂਟ ਦੀ ਜੌਬ ਕਰਦਾ ਸੀ, ਤਾਂ ਆਫਿਸ ਅੰਦਰ ਕੰਮ ਕਰਨ ਵੇਲੇ ਕੀ ਹੁੰਦਾ ਹੈ, ਤੁਹਾਨੂੰ ਕਾਪੀ ਚਾਹੀਦੀ ਹੈ, ਪੇਪਰ ਚਾਹੀਦੇ ਨੇ, ਪੈਨ ਪੈਨਸਲਾਂ ਚਾਹੀਦੀਆਂ ਨੇ, ਕਈ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ। ਸੋ ਐਡਮਿਨਿਸਟ੍ਰੇਟਿਵ ਆਫਿਸ ਨੂੰ ਐਪਲੀਕੇਸ਼ਨ ਲਿਖੀ ਜਾਂਦੀ ਹੈ, ਸਾਡੇ ਇਸ ਬ੍ਰਾਂਚ ਦੇ ਵਿੱਚ
5 ਪੈਨਸਲਾਂ ਚਾਹੀਦੀਆਂ ਨੇ, ਕਮਰੇ 'ਚ 5 ਬੰਦੇ ਨੇ, 5 ਪੇਪਰ ਚਾਹੀਦੇ ਨੇ, 5 ਰੱਬੜ ਚਾਹੀਦੇ ਨੇ। ਉੱਥੋਂ ਫਾਈਨਲੀ ਇੱਕ ਆਉਂਦਾ ਜਾਂ 2 ਆਉਂਦੇ ਨੇ, 2 ਕਾਗਜ਼ ਆਉਂਦੇ ਨੇ, 2 ਪੈਨਸਲਾਂ ਆਉਂਦੀਆਂ ਨੇ। ਮੰਗੋ 5 ਤੇ 2 ਮਿਲਦੇ ਨੇ। ਇੰਜ ਮੈਂ ਸਾਂਝ ਕੀਤੀ, ਮਨੁੱਖ ਦਾ ਮਨ ਵੀ ਇੰਜ ਹੈ। ਅਸੀਂ ਇੰਨਾ ਸਾਰਾ ਬੋਲਦੇ ਹਾਂ ਤੇ ਇੰਨਾ ਜਿਹਾ ਪੱਲੇ ਪੈਂਦਾ, ਤੇ ਜੇ ਬੋਲੀਏ ਹੀ ਇੰਨਾ ਜਿਹਾ ਤਾਂ ਪੱਲੇ ਕੁਛ ਵੀ ਨਹੀਂ ਪੈਂਦਾ ਹੈ। ਇਹਨੂੰ ਗਹਿਰਾਈ 'ਚ ਜਾ ਕੇ ਅਸੀਂ ਡਿਟੇਲ ਵਿੱਚ ਵਿਚਾਰਨਾ ਹੈ, ਵਿਚਾਰ ਕੇ ਇਨਸਾਨ ਦੀ ਸਾਈਕੀ ਤੇ ਟਿਕਾਣਾ ਹੈ। ਔਰ किस इंसान की साइकी ते टुकाना है? अपने ते, कि मैं करतूत पशु की मानस जात किस तरह हाँ। बस इतनी ही खेद है। प्रथम मन प्रबोधय अपना, वरना अवर उपदेश है आप ना करे। मैं लोगों नाल साझ करा कि पत्नी नूं पैर दी जुत्ती नहीं बनाना चाहिए, पर अपने घर ਉਹਦੇ ਨਾਲ मिसबिहेव करा ਤਾਂ ਇਹ ਵਾਲੀ ਗੱਲ ਮੈਨੂੰ ਆਪ ਜੀਣੀ ਨਹੀਂ ਆਈ। ਲੇਕਿਨ ਮੈਂ ਆਪਣੀ ਪਤਨੀ ਦਾ ਵੀ ਨੁਕਸਾਨ ਕਰਾਂਗਾ, ਆਪਣਾ ਤੇ ਕੀਤਾ, ਉਹਦਾ ਵੀ ਨੁਕਸਾਨ ਕਰਾਂਗਾ। ਕਿਉਂਕਿ ਜਦੋਂ ਉਹ ਇਹ ਲੈਕਚਰ ਸੁਣੇਗੀ, ਟੇਪ ਸੁਣੇਗੀ, ਆਡੀਅנס ਵਿੱਚ ਬੈਠੀ ਹੋਏਗੀ, ਉਹ ਸੋਚੇਗੀ ਇਹ ਕਿਤਨਾ ਪਖੰਡ ਕਰ ਰਿਹਾ ਹੈ। ਇਸ ਕਰਕੇ ਉਹ ਵੀ ਇਹ ਸੱਚ ਲੈ ਨਹੀਂ ਪਾਏਗੀ। ਮੈਂ ਆਪਣਾ ਨੁਕਸਾਨ ਕੀਤਾ, ਉਹਦਾ ਨੁਕਸਾਨ ਨਹੀਂ ਕੀਤਾ। ਸੋ ਸਭ ਤੋਂ ਪਹਿਲਾਂ ਪ੍ਰਥਮ ਮਨ ਪ੍ਰਬੋਧਿ ਆਪਣਾ ਲਾਹਾ ਦੇਖਣਾ ਹੈ। ਆਪਣਾ ਵਿਜ਼ਡਮ ਲੈਣ ਵਾਲਾ ਲਾਹਾ, ਕਿਸ ਲਾਹੇ ਉੱਪਰ ਘਾਲੀਏ ਵਾਲਾ ਲਾਹਾ, ਆਪਣਾ ਭਲਾ ਸੋਚਣ ਵੇਲੇ ਸਾਨੂੰ ਸੈਲਫਿਸ਼ ਖੁਦਗਰਜ਼ ਹੋਣਾ ਚਾਹੀਦਾ ਹੈ। ਅਸੀਂ ਸੋਚਦੇ ਹਾਂ ਮੈਂ ਪੂਰਾ ਟੱਬਰ ਹੀ ਬੇੜੇ ਚੜ੍ਹੇਗਾ ਤਾਂ ਚੜ੍ਹਨਾ ਹੈ, ਪੂਰਾ ਟੱਬਰ ਬੇੜੇ ਚੜ੍ਹੇਗਾ ਨਹੀਂ, ਨਾ ਨੋਮਨ ਤੇਲੂਗਾ ਨਾ ਰਾਧਾ ਨਾਚੇਗੀ, ਆਪਣਾ ਜੀਵਨ ਵੀ ਖੁਆਰ ਹੋ ਜਾਏਗਾ। ਤੈਨੂੰ ਸੱਚ ਮਿਲ ਰਿਹਾ, ਤੂੰ ਸੱਚ ਲੈ ਪੀ ਤੇ ਆਪਣੀ ਪਿਆਸ ਬੁਝਾ। ਜੇ ਟੱਬਰ ਲੈਣਾ ਚਾਹੇ ਤਾਂ ਵਾਹ ਭਲਾ, ਪਰ ਜੇ ਟੱਬਰ ਪੁੱਛਣਾ ਹੀ ਨਾ ਚਾਹੇ ਤਾਂ ਧੱਕੇ ਨਾਲ ਨਹੀਂ ਸਿਖਾ ਸਕਦੇ। ਹਾਂ, ਕਈ ਜਗ੍ਹਾ ਪਤਨੀ ਸੱਚ ਲੈਣਾ ਚਾਹੁੰਦੀ ਹੈ, ਪਤੀ ਨਹੀਂ ਲੈਣ ਦਿੰਦਾ। ਕਈ ਜਗ੍ਹਾ ਪਤੀ ਲੈਣਾ ਚਾਹੁੰਦਾ, ਪਤਨੀ ਨਹੀਂ ਲੈਣ ਦਿੰਦੀ। ਕਈ ਜਗ੍ਹਾ ਕਹਿ ਦਿੱਤਾ ਜਾਂਦਾ ਜਾ ਤੂੰ ਹੁਣ ਗਿਆਨਣ ਬਣ ਗਈ, ਜਾਂ ਗੁਰਦੁਆਰੇ ਹੀ ਬਹਿ ਜਾ। ਕਈ ਜਗ੍ਹਾ ਬੱਚੇ ਮਾਂ ਪਿਓ ਦੀ ਗੱਲ ਨਹੀਂ ਸੁਣਦੇ ਨੇ। ਕਈ ਜਗ੍ਹਾ ਮਾਂ ਪਿਓ ਵਿਗੜੇ ਹੋਏ ਨੇ, ਸ਼ਰਾਬ ਪੀਂਦੇ ਨੇ, ਦਾਜ ਲੈਂਦੇ ਨੇ, ਕਿੱਟੀਆਂ ਤੇ ਸਾਰੀ ਸਾਰੀ ਰਾਤ ਲੰਬੀ ਲੰਬੀ ਪਾਰਟੀਆਂ ਅਟੈਂਡ ਕਰਦੇ ਨੇ, ਮਾਵਾਂ ਪਿਓ ਦੇ ਨਾਲ ਜਾ ਕੇ ਸ਼ਰਾਬਾਂ ਪੀਂਦੀਆਂ। ਉਹਨਾਂ ਦੇ ਬੱਚੇ ਜਾਗ ਪਏ ਨੇ ਔਰ ਬੱਚੇ ਮਾਤਾ ਪਿਤਾ ਨੂੰ ਸਮਝਾਉਂਦੇ ਨੇ, ਤੇ ਮਾਤਾ ਪਿਤਾ ਕਹਿੰਦੇ ਨੇ ਬੜੇ ਆਏ ਹੋ ਸਾਨੂੰ ਇਹ ਸਮਝਾਉਣ ਵਾਲੇ। ਇਸ ਤਰ੍ਹਾਂ ਤੇ ਹੁਣ ਕਿਸੇ ਨੂੰ ਨਹੀਂ ਸਮਝਾਇਆ ਜਾ ਸਕਦਾ। ਜਿਹੜਾ ਪਿਆਰ ਨਾਲ ਚੰਦਨ ਕੈ ਨਿਕਟੇ ਬਸੈ, ਬਾਂਸ ਸੁਗੰਧ ਨਾ ਹੋਏ ਦੇ ਬਦਲੇ, ਚੰਦਨ ਕਾ ਬਿਰਵਾ ਭਲਾ ਬੀੜਿਓ ਢਾਕ ਪਲਾਸ, ਹੋਏ ਵੀ ਚੰਦਨ ਹੋਏ ਰੇ ਬਸੇ ਜੋ ਚੰਦਨ ਪਾਸ। ਜਿਹੜੇ ਆਪਣੇ ਮਾਤਾ ਪਿਤਾ ਕੋਲੋਂ ਆਪਣੇ ਘਰ 'ਚ ਜਿਹੜਾ ਐਲੀਵੇਟ ਹੋ ਗਿਆ, ਜਿਸ ਨੂੰ ਸੱਚ ਦੀ ਮੱਤ ਸਮਝ ਆਈ ਹੈ, ਜਿਹੜਾ ਉਹਦੇ ਕੋਲੋਂ ਨਿਮਰਤਾ ਨਾਲ ਪੁੱਛੇ ਉਹ ਵੀ ਪ੍ਰਾਪਤ ਕਰ ਸਕਦਾ ਹੈ। ਵਰਨਾ ਇਹ ਕਦੀ ਨਹੀਂ ਹੋ ਸਕਦਾ ਹੈ ਕਿ ਮਾਤਾ ਪਿਤਾ 'ਚੋਂ ਕਿਸੇ ਨੂੰ ਸਮਝ ਆਇਆ ਤੇ ਉਹ ਬਾਕੀਆਂ ਨੂੰ ਦੇ ਦੇਵੇ। ਕਿਸੇ ਦੇ ਵੱਸ ਨਹੀਂ ਹੈ ਕੋਈ ਕਿਸੇ ਨੂੰ ਜ਼ਬਰਦਸਤੀ ਉਹਦੀ ਮੱਤ ਵਿੱਚ ਪਾ ਦੇਵੇ। ਆਪਣੇ ਬਾਰੇ ਸੋਚਣਾ ਕਿ ਮੈਂ ਜੀਓ ਮੈਲੇ ਬਾਹਰੋਂ ਨਿਰਮਲ ਹਾਂ, ਤਾਂ ਮੈਂ ਜੀਓ ਨਿਰਮਲ ਬਾਹਰੋਂ ਨਿਰਮਲ ਕਿਵੇਂ ਹੋ ਸਕਦਾ ਹਾਂ। ਜਦੋਂ ਜੀਓ ਨਿਰਮਲ ਬਾਹਰੋਂ ਨਿਰਮਲ ਹੋ ਜਾਈਦਾ ਹੈ ਤਾਂ ਉਹਨੂੰ ਕਹਿੰਦੇ ਨੇ ਜਿਨ ਪੱਟ। ਜਿਨ੍ਹਾਂ ਨੂੰ ਇਹ ਸਤਿਗੁਰ ਦੀ ਮੱਤ ਸਮਝ ਆਈ, ਇਹ ਕੀਮਤੀ ਸੁਨਿਆ, ਇਹ ਪਿਓਰ ਫਾਰਮ ਵਿੱਚ, ਇਹ ਰੇਸ਼ਮ, ਇਹ ਪਿਓਰ ਦੇਸੀ ਘਿਓ, ਜੋ ਮਰਜ਼ੀ ਕਹਿ ਲਓ। ਜਿਨ ਪੱਟ ਅੰਦਰ ਬਾਹਰ ਗੁੱਦੜ, ਅੰਦਰ ਦੇ ਰਾਰੇ ਨੂੰ ਸਿਆਰੀ, ਬਾਹਰ ਦੇ ਰਾਰੇ ਨੂੰ ਸਿਆਰੀ। ਵਰਨਾ ਆਮ ਤੌਰ 'ਤੇ ਅਰਥ ਇੰਝ ਕੀਤੇ ਜਾਂਦੇ ਨੇ, ਜਿਨ ਪੱਟ ਅੰਦਰ, ਜਿਨ੍ਹਾਂ ਕੋਲ ਅੰਦਰ ਸੱਚ ਦੀ ਮੱਤ ਪ੍ਰਾਪਤ ਹੈ, ਬਾਹਰ ਗੁੱਦੜ, ਉਹ ਬਾਹਰੋਂ ਝੱਲ ਬਲਲ ਬਣੇ ਹੁੰਦੇ ਨੇ, ਐਵੇਂ ਮੈਲੇ ਕੁਚੈਲੇ ਕੱਪੜੇ ਪਾਏ ਹੁੰਦੇ ਨੇ, ਢੰਗ ਨਾਲ ਕੱਪੜੇ ਨਹੀਂ ਪਾਉਂਦੇ ਨੇ, ਬਾਹਰੋਂ ਮਾੜਾ ਕਰਮ ਵੀ ਕਰ ਲੈਂਦੇ ਹਨ। ਉਹ ਤੇ 50% ਹੋਇਆ ਨਾ। ਹੁਣ ਪਤਾ ਵੀ ਨਹੀਂ ਕਿ ਇਹਨੂੰ ਅੰਦਰ ਮੱਤ ਪ੍ਰਾਪਤ ਹੈ, ਪਰ ਜਿਹਨੂੰ ਅੰਦਰੋਂ ਮੱਤ ਪ੍ਰਾਪਤ ਹੋਏ ਉਹ ਬਾਹਰੋਂ ਭੈੜ ਕਰ ਨਹੀਂ ਸਕਦਾ। ਕਿਉਂਕਿ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਤੇ ਆਇਆ ਉਨੀ ਮੰਦੇ ਪੈਰ ਨਾ ਰੱਖਿਓ। ਕਰ ਸੁਕ੍ਰਿਤ ਧਰਮ ਕਮਾਇਆ। ਜਿਹਨੂੰ ਅੰਦਰੋਂ ਸੱਚ ਸਮਝ ਆ ਜਾਂਦਾ ਹੈ ਉਹ ਬਾਹਰੋਂ ਸੁਕ੍ਰਿਤ ਕਰਮ ਕਰਦਾ ਹੀ ਹੈ।
ਦੁਨੀਆ ਨੂੰ ਦਿਖਾਉਣ ਵਾਸਤੇ ਨਹੀਂ, ਲੋਕਾਂ ਕੋਲੋਂ ਸਰਟੀਫਿਕੇਟ ਨਹੀਂ ਲੈ ਸਕਦੇ ਹਾਂ। ਲੋਕੀ ਕਦੇ ਵੀ ਸਰਟੀਫਿਕੇਟ ਦਿੰਦੇ ਨਹੀਂ ਹਨ, ਜਿਹੜੇ ਸਰਟੀਫਿਕੇਟ ਦਿੰਦੇ ਹਨ ਉਹ ਖੋ ਵੀ ਲੈਂਦੇ ਹਨ। ਇਸ ਕਰਕੇ ਲੋਕਾਂ ਦੇ ਸਰਟੀਫਿਕੇਟ ਨੂੰ ਬਿਲੀਵ ਨਹੀਂ ਕਰਨਾ। ਅਸੀਂ ਲੋਕਾਂ ਦਾ ਸਰਟੀਫਿਕੇਟ ਲੈਣ ਵਿੱਚ ਬੜੇ ਦਿਨ ਰਾਤ ਬਹੁਤ ਮਿਹਨਤ ਕਰਦੇ ਹਾਂ। ਲੋਕੀ ਮੈਨੂੰ ਗੁਰਮੁਖ ਆਖਣ, ਲੋਕੀ ਮੈਨੂੰ ਧਰਮੀ ਸਮਝਣ, ਸਾਡੀ ਸਾਰੀ ਮਿਹਨਤ ਇਹਦੇ 'ਤੇ ਹੁੰਦੀ ਹੈ। ਇਹ ਹੀ ਸਾਡੀ ਮਿਹਨਤ ਸਾਡੇ ਕੋਲੋਂ ਕਰਮ ਕਾਂਡ ਔਰ ਪਾਖੰਡ ਕਰਾਉਂਦੀ ਹੈ। ਜਿਹੜਾ ਇਨਸਾਨ ਕਰਮ ਕਾਂਡ ਪਾਖੰਡ ਕਰੇਗਾ ਉਹ ਬਾਹਰੋਂ ਕੁਝ ਗਲਤ ਵੀ ਕਰੇਗਾ। ਸੋ ਜਿਨ ਪਟ अंदर बाहर गुद्दड़ वाला फंडामेंटल के अंदरों ठीक मत प्राप्त है, पर बाहरों गलती दे नाल इंज कर जाते हैं या रुलदू खुलदू बने रहते हैं। बाहर गुद्दड़ उन्होंने होंदा है। ये गुरमत प्रवान नहीं करती। गुरमत प्रवान जियो मैले बाहरों निर्मल 50% ਨੂੰ ਪ੍ਰਵਾਨ नहीं करती है। गुरमत कहती है तेनों जियो निर्मल बाहरों निर्मल भी होना ही पवेगा। काहे को कीजे ध्यान जपन्ना, जब ते शुद्ध नहीं मन अपना। मन शुद्ध नहीं है, तू बारों ध्यान जपन्ना करे, हार हार करे नित कपट कमावे हृदय शुद्ध ना होई। इस करके दुनिया नूं बारों करना, हार हार करना, अलख लख लख करना दुनिया नूं बहुत पसंद है। इस करके ये भी बड़ी छेती प्रचलित हो जाता है, हो ही गया है। लेकिन ਜਦੋਂ ਸਾਡਾ ਉਹ ਵੈਸਾ ਕਿਰਦਾਰ ਨਹੀਂ ਹੁੰਦਾ ਤਾਂ ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਉਹ ਤੇ ਸਤਿਗੁਰ ਕਿਰਪਾ ਕਰੇਗਾ ਨਾ ਤਾਂ ਤਦੋਂ। ਸੋ ਉਸ ਨੂੰ ਅਸੀਂ ਜਦੋਂ ਸਮਝਾਂਗੇ ਤਾਂ ਉਹਦੇ ਅੰਦਰ ਤੇ ਅਸੀਂ ਵਿਸ਼ਰਾਮ ਨਹੀਂ ਕਰਾਂਗੇ। ਅੰਦਰ ਅਤੇ ਬਾਹਰ ਦੋਵਾਂ ਦੇ ਰਾਰੇ ਨੂੰ ਸਿਆਰੀ ਲੱਗੀ ਹੋਈ ਹੈ। ਅਸੀਂ ਉਹਦਾ ਉਚਾਰਨ ਕਰਾਂਗੇ ਜਿਨ ਪਟ अंदर बाहर गुद्दड़, अंदरों आते बाहरों उनके कोल गुद्दड़। गुद्दड़ मतलब गारबेज नहीं होता। गुद्दड़ का मतलब होता है मत उत्ते गोदड़ी खिंथा सतगुर की मत का चोला पहरन पा लेंदे हैं। अंदरों भी तो बाहरों भी ਉਹਦਾ अंदरों परलोक ठीक कर लेंदे ने, ਉਹਦਾ बाहरला लोक भी ठीक हो जाता है। जिसका परलोक ठीक नहीं ਉਹਦਾ लोक बाहर वाला जीवन भी ठीक नहीं होता। ਉਹਨੂੰ कहते ने लोक गयो परलोक गवायो। लोक क्यों गयो? क्योंकि इसने परलोक गवा लिया। पर जो परलोक नूं सुधार लवे लोक सुखी है, परलोक सुहेले। जिहड़ा अंदरों सुखी, अंदरों सब कुछ ठीक हो जाता है, उहदा बाहरला जीवन भी सुखी ते ठीक हो ही जाता है। जिन पट अंदर बाहर गुद्दड़ वो सतगुर दी मत दा चोला पा लैंदे ने ते भले संसार क्यों तिन्ने लगा रब सेती देखने विचार। इस तरह असी बाणी नूं अपने ते टुका के विचारना है। आप जी जे चाहो तो सवाल कर सकते हो। कोई सवालों के उत्तर मेरे तुहानू पसंद ना आण मन्निया जा सकता है कि वीर जी आई डिसएग्री विद यू। मैनू कहने की भी लोड़ नहीं है, तुसी डिसएग्री कर सकते हो। मैं तुहाडे ते कुछ भी इंपोज नहीं कर रहा हाँ, ना करांगा। ना यह प्रूव करना है कि मैं राइट हाँ तुसी रॉन्ग हो। ना मैं फाइनल वर्जन दे रहा हाँ, ना जिहड़े अर्थ कर रहा हाँ ये फाइनल हैं, ये भी फाइनल नहीं हैं। जिहदे नाल मेरी जीवन की उडारी उच्ची हो सकती होवे, जिहदे नाल मेरा करैक्टर ठीक हो सकता होवे, उस पक्षों अर्थ जेकर असीं समझ लईए तां बदलाहट लैण वास्ते, अपना जीवन उच्चिया करन वास्ते जेकर असीं उस पक्ष नूं समझ लईए तां फायदा हो सकता है। सो असीं सवाल सांझ करदे। वाहिगुरू जी का खालसा वाहिगुरू जी की फतेह। एक बड़ा ही कॉमन क्वेश्चन, बीइंग अ पेरेंट्स, बीइंग अ फादर, ਅੱਜ ਦੇ ਸਮੇਂ ਦੇ ਵਿੱਚ ਜਾਂ ਅਗਰ ਮੈਂ ਕਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਅਸੀਂ ਆਪਣੇ ਮਾਪਿਓ ਦੇ ਕਹੇ ਅਨੁਸਾਰ ਅਸੀਂ ਉਹਨਾਂ ਨੂੰ ਵਾਚ ਕਰਦੇ ਸੀ ਕਿ ਜੋ ਉਹਨਾਂ ਨੇ ਗੁਰਬਾਣੀ ਪੜ੍ਹੀ, ਮੇਰੇ ਦਾਦਾ ਜੀ, ਮੇਰੇ ਨਾਨਾ ਜੀ, ਤਾਂ ਅਸੀਂ ਉਹਨਾਂ ਵੱਲ ਦੇਖਦੇ ਹੋਏ, ਆਪਣੇ ਪੇਰੈਂਟਸ ਵੱਲ ਦੇਖਦੇ ਹੋਏ ਅਸੀਂ ਗੁਰਬਾਣੀ ਨੂੰ ਬੈਠ ਕੇ ਜਪਜੀ ਸਾਹਿਬ ਜਾਂ ਹੋਰ ਬਾਣੀਆਂ ਨੂੰ ਅਸੀਂ ਕੰਠ ਕੀਤਾ। ਲੇਕਿਨ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਜਦੋਂ ਖੁਦ ਪੇਰੈਂਟਸ ਬਣੇ, ਬੱਚੇ ਹੋਏ, ਬੱਚਿਆਂ ਦੀ ਸਟੱਡੀਜ਼ ਇੰਨੀ ਕੁ ਅੱਜ ਕੱਲ੍ਹ ਜ਼ਿਆਦਾ ਹੋ ਗਈ, ਇੰਨਾ ਕੁ ਜ਼ਿਆਦਾ ਕੰਪੀਟੀਸ਼ਨ ਹੋ ਗਿਆ ਡਿਊ ਟੂ ਲੈਕ ਆਫ ਟਾਈਮ। ਅੱਜ ਅਗਰ ਅਸੀਂ ਚਾਹੁੰਦੇ ਵੀ ਹੋਈਏ ਵੀ ਚਾਹੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ,
ਵੀ ਬੱਚੇ ਵੀ ਗੁਰਬਾਣੀ ਨੂੰ ਬੈਠ ਕੇ ਪੜ੍ਹਨ, ਸਮਾਂ ਲਗਾ ਕੇ ਕੰਠ ਕਰਨ, ਬਟ ਫਿਰ ਵੀ ਕਿਤੇ ਨਾ ਕਿਤੇ ਉਹ ਕਮੀ, ਉਹ ਚੀਜ਼ ਫਿਰ ਵੀ ਰਹਿ ਜਾਂਦੀ ਹੈ। ਔਰ ਕਿਤੇ ਨਾ ਕਿਤੇ ਸਾਡੇ ਦਿਲ ਦੇ ਵਿੱਚ ਆਉਂਦਾ ਹੈ ਕਿ ਅੱਜ ਉਹ ਬੱਚੇ ਨਹੀਂ ਕਰ ਪਾਉਂਦੇ, ਔਰ ਆਪਣਾ ਪੁਰਾਣਾ ਟਾਈਮ ਫਿਰ ਯਾਦ ਆਉਂਦਾ ਹੈ ਕਿ ਅਸੀਂ ਵੀ ਤਾਂ ਕਰ ਲੈਂਦੇ ਸੀ। ਉਸ ਦਾ ਸੋਲੂਸ਼ਨ ਜਿਹੜਾ ਹੈ ਉਹ ਚਾਹੇ ਸਾਨੂੰ ਪਤਾ ਵੀ ਹੋਵੇ, ਬਟ ਫਿਰ ਵੀ ਉਹ ਐਪਲੀਕੇਬਲ ਜਾਂ ਇੰਪਲੀਮੈਂਟ ਨਹੀਂ ਹੋ ਪਾਉਂਦਾ। ਤੋ ਉਹ ਚੀਜ਼ ਜਿਹੜੀ ਹੈਗੀ ਮੈਂ ਜ਼ਰੂਰ ਚਾਹੁੰਦਾ ਪੇਰੈਂਟਸ ਵਾਸਤੇ ਵੀ ਐਜ਼ ਵੈਲ ਐਜ਼ ਬੱਚਿਆਂ ਵਾਸਤੇ ਵੀ, ਉਹ ਜ਼ਰੂਰ ਉਸ ਦਾ ਤੁਸੀਂ ਸੋਲੂਸ਼ਨ ਜਿਹੜਾ। ਤੁਹਾਡਾ ਕੀ ਨਾਮ ਹੈ? ਹਰਿੰਦਰਪਾਲ ਸਿੰਘ। ਹਰਿੰਦਰਪਾਲ ਸਿੰਘ ਜੀ ਨੇ ਸਾਰਿਆਂ ਦੀ ਦੁੱਖ ਦੀ ਰਗ 'ਤੇ ਹੱਥ ਰੱਖਿਆ ਹੈ। ਅਸੀਂ ਜਦੋਂ ਤੱਕ ਪੇਰੈਂਟ ਨਹੀਂ ਬਣੇ ਹਾਂ ਤਾਂ ਤੱਕ ਤੇ ਅਸੀਂ ਇਹ ਕਹਿ ਸਕਦੇ ਹਾਂ ਵੀ ਮੈਨੂੰ ਆਪਣੇ ਮਾਤਾ ਪਿਤਾ ਦਾ ਕਹਿਣਾ, ਆਪਣੇ ਬਜ਼ੁਰਗਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਪਰ ਸਾਡੇ ਵੇਲੇ ਕੰਪਿਊਟਰਸ, ਸੈੱਲ ਫੋਨਸ ਔਰ ਇੰਟਰਨੈਟ, ਈਵਨ ਟੀਵੀ, ਇਹ ਸਭ ਕੁਝ ਨਹੀਂ ਸੀ। ਸਾਡੇ ਵੇਲੇ ਵੱਧ ਤੋਂ ਵੱਧ ਰੇਡੀਓ ਸੀ। ਉਹ ਵੀ ਰੇਡੀਓ ਇਤਨੇ ਸਾਰੇ ਨਹੀਂ ਸਨ ਕਿ ਸਾਰੇ ਸੁਣਨ, ਤੇ ਇੱਕ ਰੇਡੀਓ ਛੋਟਾ ਜਿਹਾ ਟਰਾਂਸਿਸਟਰ, ਉਹ ਵੀ ਸਾਰੇ ਪਰਿਵਾਰ ਨੇ ਸੁਣਨਾ, ਇਸ ਕਰਕੇ ਕੋਈ ਇਕੱਲਾ ਲੈ ਕੇ ਨਹੀਂ ਸੀ ਸੁਣ ਸਕਦਾ। ਸੋ ਉਸ ਵੇਲੇ ਡਿਸਟਰੈਕਸ਼ਨ ਦਾ ਟਾਈਮ ਘੱਟ ਸੀ। ਅੱਜ ਡਿਸਟਰੈਕਟ ਕਰਨ ਵਾਲੀਆਂ ਬਹੁਤ ਚੀਜ਼ਾਂ ਹੋ ਗਈਆਂ ਨੇ, ਵਾਕਈ ਲੈਕ ਆਫ ਟਾਈਮ ਬਣ ਗਿਆ। ਇਹ ਇਸ ਤੋਂ ਜ਼ਿਆਦਾ ਵੱਧ ਜਾਏਗਾ ਹੋਰ, ਰਾਈਟ। ਪਰ ਕੁਝ ਸੱਜਣ ਉਸ ਵੇਲੇ ਵੀ ਪ੍ਰੀਤੀ ਚੰਦ ਵਰਗੇ ਸਨ ਜਿਹੜੇ ਸੱਚ ਨਹੀਂ ਲੈਂਦੇ ਨੇ। ਕੁਝ ਸੱਜਣ ਅੱਜ ਦੀ ਡੇਟ ਵਿੱਚ ਵੀ, ਇਤਨੇ ਬਿਜ਼ੀ ਪੀਰੀਅਡ ਵਿੱਚ ਵੀ ਸੱਚ ਲੈਣ ਦਾ ਯਤਨ ਕਰਦੇ ਹਨ। ਸੋ ਇਹਦਾ ਮਤਲਬ ਮਨੁੱਖ ਦੀ ਮਨ ਦੀ ਜਿਹੜੀ ਬਿਰਤੀ ਹੈ, ਸਾਈਕੀ ਹੈ, ਉਹ ਸਬਜੈਕਟ ਟੂ ਹੈ, ਆਊਟਰ ਚੀਜ਼ਾਂ ਨਹੀਂ ਹੈ। ਉਹ ਹੈ ਸਬਜੈਕਟ ਟੂ ਉਹਦੀ ਇੰਟੈਂਸ਼ਨ, ਉਹਦੀ ਭਾਵਨਾ, ਉਹਦਾ ਭਾਵ, ਉਹਦਾ ਖਿਆਲ, ਉਹਦੀ ਡਿਜ਼ਾਇਰ ਹੈ ਨਾ, ਉਹਦੀ ਅੰਦਰੋਂ ਮੰਗ ਦਰਅਸਲ ਕੀ ਹੈ, ਉਹਦੇ ਮੁਤਾਬਕ। ਸੋ ਜਦੋਂ ਅਸੀਂ ਪੇਰੈਂਟ ਬਣ ਜਾਂਦੇ ਹਾਂ ਤਾਂ ਸਾਡੇ ਕੋਲ ਇੱਕੋ ਹੀ ਤਰੀਕਾ ਰਹਿ ਜਾਂਦਾ ਹੈ ਕਿ ਮੈਂ ਵੱਧ ਤੋਂ ਵੱਧ ਸੱਚ ਨੂੰ ਸਮਝਾਂ ਅਤੇ ਸੱਚ ਨੂੰ ਜੀਵਾਂ। ਬੱਚਿਆਂ ਦੇ ਵਾਸਤੇ ਜੋ ਮੈਸੇਜ, ਉਹ ਕਿਉਂਕਿ ਮੈਂ ਸੱਚ ਨੂੰ ਲਵਾਂ ਅਤੇ ਸੱਚ ਨੂੰ ਜੀਵਾਂ। ਉਸ ਤੋਂ ਇਲਾਵਾ ਮੈਨੂੰ ਸਮਾਂ ਪ੍ਰਾਪਤ ਹੋ ਸਕੇ, ਇਹ ਮੈਂ ਖੜਾ ਕਰਨਾ ਚਾਹਾਂਗਾ ਮੇਰੇ ਵੀਰ ਪੁਸ਼ਪਿੰਦਰ ਸਿੰਘ ਜੀ, ਇੱਕ ਮਿੰਟ ਇੱਥੇ ਖੜੇ ਹੋਣਾ। ਇਹਨਾਂ ਦੀ ਬੱਚੀ ਨੂੰ ਸੰਸਕ੍ਰਿਤੀ ਸ਼ਲੋਕ ਯਾਦ ਹਨ। ਉਹ ਇਸ ਵੇਲੇ 5 ਸਾਲ ਦੀ ਹੈ। ਜਦੋਂ ਉਹਨੇ ਯਾਦ ਕੀਤਾ, ਕਦੋਂ ਕਿੰਨੇ ਦੀ ਸੀ? 3-4 ਸਾਲ ਦੀ ਸੀ। ਮੈਂ ਉਸ ਬੱਚੀ ਨੂੰ ਪੁੱਛਿਆ, ਬੱਚੇ ਗਨੀਮ ਕੌਰ ਜੀ ਤੁਸੀਂ ਕਿਸ ਤਰ੍ਹਾਂ ਯਾਦ ਕਰਦੇ ਹੋ? ਕਦੋਂ ਟਾਈਮ ਮਿਲਦਾ ਹੈ? ਪਾਪਾ ਤੇ ਕੰਮ ਤੇ ਜਾਂਦੇ ਨੇ। ਕਹਿੰਦੀ ਹੈ ਸਵੇਰੇ ਪਾਪਾ ਮੈਨੂੰ ਸਕੂਟਰ ਤੇ ਸਕੂਲ ਦੀ ਬੱਸ ਪਕੜਾਉਣ ਵਾਸਤੇ ਛੋੜਨ ਜਾਂਦੇ ਨੇ। ਪਾਪਾ ਜੋ ਮੈਨੂੰ ਪੰਕਤੀ ਸੁਣਾਉਂਦੇ ਨੇ, ਉਹ ਗਾ ਗਾ ਕੇ ਜਾਂ ਜਿਸ ਤਰ੍ਹਾਂ ਵੀ ਸੁਣਾਉਂਦੇ ਨੇ, ਮੈਂ ਬੜੇ ਧਿਆਨ ਨਾਲ ਸੁਣਦੀ ਹਾਂ। ਔਰ ਇੱਕ ਦਿਨ ਦੀ ਸੁਣੀ ਹੋਈ ਦੂਜੇ ਦਿਨ ਮੈਂ ਪਾਪਾ ਨੂੰ ਜ਼ਬਾਨੀ ਸੁਣਾ ਦਿੰਦੀ ਹਾਂ। ਇਹਨਾਂ ਨੇ ਟਾਈਮ ਕਦੋਂ ਕੱਢਿਆ? ਇੱਕ ਮੌਕਾ ਲੱਭਿਆ ਕਿ ਜਦੋਂ ਮੈਂ ਬੱਚੀ ਨੂੰ ਛੋੜਨ ਜਾ ਰਿਹਾ। ਇਹ ਜੀ ਉਹ ਮੌਕਾ ਇਹਨਾਂ ਦੀ ਪਤਨੀ ਨੂੰ ਮਿਲਦਾ ਹੋਏਗਾ, ਉਹ ਬੱਚੀ ਅੰਦਰ ਕੁਝ ਪਾਉਂਦੀ ਹੋਏਗੀ। ਇਹ ਜੀ ਮੌਕਾ ਬੱਚੀ ਦੇ ਦਾਦਾ ਦਾਦੀ ਜੀ ਨੂੰ ਮਿਲਦਾ ਹੋਏਗਾ, ਉਹ ਬੱਚੀ ਦੇ ਅੰਦਰ ਪਾਉਂਦੇ ਹੋਣਗੇ, ਹੈ ਨਾ। ਇਸ ਤਰ੍ਹਾਂ ਅਸੀਂ ਸਾਰੇ ਰਲ ਕੇ ਉਸ ਨੂੰ ਇੱਕ ਮਾਲ ਬੱਚੇ ਨੂੰ ਟਰਾਂਸਮਿਟ ਕਰ ਸਕਦੇ ਹਾਂ ਆਪਣੇ ਇਸ ਬਿਜ਼ੀ ਪੀਰੀਅਡ 'ਚੋਂ। ਇਸ ਤੋਂ ਬਾਅਦ ਉਹ ਲਵੇ ਜਾਂ ਨਾ ਲਵੇ, ਇਹ ਉਸ ਇੰਡੀਵਿਜੂਅਲ ਦੀ ਆਪਣੀ ਜਰਨੀ ਹੈ। ਯਾਦ ਵੀ ਕਰ ਲਵੇ, ਉਹਦੇ 'ਤੇ ਪ੍ਰੈਕਟੀਕਲ ਨਾ ਟੁਰੇ। ਹੋ ਸਕਦਾ ਯਾਦ ਵੀ ਕਰ ਲਵੇ, ਉਹਦੇ ਅਰਥ ਵੀ ਸਮਝਣੇ ਸ਼ੁਰੂ ਕਰ ਦੇਵੇ ਔਰ ਪ੍ਰੈਕਟੀਕਲ ਵੀ ਟੁਰੇ। ਉਹ ਪ੍ਰੈਕਟੀਕਲ ਟੁਰੇ ਜਾਂ ਨਾ ਟੁਰੇ, ਇਹ ਬਸ ਅਸੀਂ ਇੰਪੋਜ਼ ਨਹੀਂ ਕਰ ਸਕਦੇ ਹਾਂ। ਸਾਰੀ ਰਿਸਪੌਂਸਿਬਿਲਿਟੀ ਮੇਰੀ ਇਤਨੀ ਆਏਗੀ, ਤੂੰ ਬੀਇੰਗ ਏ ਪੇਰੈਂਟ ਆਪਣੇ ਵੱਲੋਂ ਸੱਚ ਨੂੰ ਮੈਕਸੀਮਮ ਸਮਝ ਅਤੇ ਸੱਚ ਨੂੰ ਮੈਕਸੀਮਮ ਜੀ। ਸੱਚ ਨੂੰ ਮੈਕਸੀਮਮ ਜੀਣ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਅਸੀਂ ਆਪਣੇ ਚਾਰੋਂ ਪਾਸੇ ਇੱਕ ਨਦੀ ਤਿਆਰ ਕਰਦੇ ਹਾਂ। ਇਸ ਨਦੀ 'ਚੋਂ ਜੋ ਵੀ ਚਾਹੇ ਪਾਣੀ ਪੀ ਲਵੇ, ਜੋ ਨਾ ਚਾਹੇ ਉਹਨੂੰ ਪਿਲਾ ਨਹੀਂ ਸਕਦੇ ਹਾਂ। ਭਾਵੇਂ ਉਹ ਮੇਰਾ ਬੱਚਾ ਹੋਵੇ, ਭਾਵੇਂ ਪੜੋਸੀ ਦਾ ਬੱਚਾ ਹੋਵੇ, ਭਾਵੇਂ ਦੁਨੀਆ ਦਾ ਕਿਸੇ ਦਾ ਵੀ ਬੱਚਾ ਹੋਵੇ। ਮੈਨੂੰ ਆਪਣੀ ਪੇਸ਼ੈਂਸ, ਆਪਣਾ ਸਹਿਜ ਸੰਤੋਖ, ਸਬਰ ਨਹੀਂ ਛੱਡਣਾ ਹੈ। ਜੇ ਮੇਰਾ ਬੱਚਾ ਮੈਨੂੰ ਆਪਣੀ
ਆਪਣੀ ਮਾਂ ਦੇ ਸਾਹਮਣੇ, ਮੇਰੇ ਬੱਚੇ ਦੀ ਮਾਂ ਦੇ ਸਾਹਮਣੇ ਮਾਂ ਨੂੰ ਗਾਲਾਂ ਕੱਢਦਾ ਮੇਰਾ ਬੱਚਾ ਦੇਖੇਗਾ ਤਾਂ ਮੇਰਾ ਬੱਚਾ ਇਹ ਵਾਲਾ ਵੀ ਮੰਦਾ ਖਿਆਲ, ਮੰਦੀ ਆਦਤ ਸਿੱਖ ਹੀ ਜਾਏਗਾ। ਇਹਦਾ ਮਤਲਬ ਮੈਨੂੰ ਹਰ ਵੇਲੇ ਚੇਤੰਨ ਰਹਿਣਾ ਹੈ। ਬਸ ਇਹ ਕੁਝ ਸ਼ਬਦਾਂ ਦੀ ਪੰਕਤੀਆਂ ਆਈਆਂ ਨੇ ਜਿਨ੍ਹਾਂ ਦੇ ਆਪ ਜੀ ਤੋਂ ਅਰਥ ਪੁੱਛੇ ਗਏ ਨੇ। ਨਾ ਭੈਣਾਂ ਭਰਜਾਈਆਂ ਨਾ ਸੇ ਸਸੁੜੀਆਂ, ਸਾਚਾ ਸਾਕ ਨਾ ਟੁੱਟਈ ਗੁਰ ਮੇਲੇ ਸਹੀਆਂ। ਇਹਨਾਂ ਸ਼ਬਦਾਂ ਦੀ ਵਿਚਾਰ ਜ਼ਰੂਰ ਕੀਤੀ ਜਾਵੇ। ਹਾਂਜੀ, ਅਸੀਂ ਰਾਤ ਨੂੰ ਸੈਮੀਨਾਰ ਕੀਤਾ ਸੀ, ਉਹਦੇ ਵਿੱਚ ਕੁਝ ਅਸੀਂ ਰਿਸ਼ਤੇ ਸਮਝੇ ਸਨ। ਇਹਦੇ ਵਿੱਚ ਆਇਆ ਭੈਣਾਂ ਭਰਜਾਈਆਂ ਨਾ ਸੇ ਸਸੁੜੀਆਂ। ਅਸੀਂ ਇੱਕ ਸ਼ਬਦ ਪੜ੍ਹਿਆ ਜਿਸ ਦੀ ਸਾਡੀ ਮਾਂ CD ਬਣੀ ਹੋਈ ਹੈ। ਮਾਂ ਸੈਮੀਨਾਰ ਵਿੱਚ ਅਸੀਂ ਸਮਝਿਆ ਸੀ, ਮਾਤਾ ਮਤ ਪਿਤਾ ਸੰਤੋਖ, ਸੱਤ ਭਾਈ ਕਰ ਇਹ ਵਿਸੇਕ। ਸੱਤ ਭਾਈ ਕਰ ਇਹ ਵਿਸੇਕ। ਉਹ ਮੇਰੇ ਵਿਸ਼ੇਸ਼ ਤੌਰ 'ਤੇ ਭਾਈ ਮਤਲਬ ਭੈਣ ਭਰਾ, ਮੇਰੇ ਰਿਸ਼ਤੇਦਾਰ ਬਣ ਗਏ, ਜਿਹਦੇ ਨਾਲ ਮੈਂ ਸਾਰੀ ਦੁਨੀਆ ਦੇ ਨਾਲ ਸੇਵਾ ਭਾਵ ਰੱਖਦਾ ਹਾਂ। ਜਿਹੜੇ ਜਿਹੜੇ ਖਿਆਲ ਮੈਨੂੰ ਮੇਰੇ ਅੰਦਰੋਂ ਲਿਵਿੰਗ ਫॉर ਅਦਰਸ, ਦੂਜਿਆਂ ਵਾਸਤੇ ਜੀਣ ਦੀ ਮੱਤ ਦਿੰਦੇ ਨੇ, ਉਹ ਮੇਰੇ ਭੈਣਾਂ ਤੇ ਭਰਾ ਹਨ। ਲੇਕਿਨ ਨਾ ਭੈਣਾਂ ਭਰਜਾਈਆਂ, ਜਿਹੜੀ ਮੱਤ ਮੈਨੂੰ ਦੁਨੀਆ ਦੇ ਵਾਸਤੇ ਜੀਣਾ ਨਹੀਂ ਸਿਖਾਉਂਦੀ ਸੀ, ਉਹ ਹੁਣ ਨਹੀਂ ਰਹੀ। ਮੀਨਸ ਸੇਵਾ ਭਾਵ ਆ ਗਿਆ, ਦੁਨੀਆ ਵਾਸਤੇ ਜੀਣਾ ਆ ਗਿਆ। ਤੇ ਅਸੀਂ ਇसी ਸ਼ਬਦ ਵਿੱਚ ਪੜ੍ਹਿਆ ਸੀ, ਸ਼ਰਮ ਸੁਰਤ ਦੋਏ ਸਸੁਰ ਪਏ। ਸ਼ਰਮ ਹੁੰਦਾ ਮਿਹਨਤ ਉਦਮ ਤੇ ਸੁਰਤ, ਦੋਏ ਸਸੁਰ ਪਏ। ਸਸੁਰ ਦਾ ਮਤਲਬ ਸੱਸ ਤੇ ਸਹੁਰਾ। ਸ਼ਰਮ ਮਿਹਨਤ ਕਰਨਾ ਤੇ ਸੁਰਤ ਕਰਕੇ ਸੱਚ ਨਾਲ ਜੁੜੇ ਰਹਿਣਾ। ਸ਼ਰਮ ਸੁਰਤ ਦੋਏ ਸਸੁਰ ਪਏ, ਕਰਨੀ ਕਾਮਣ ਕਰ ਮੰਨ ਲਏ। ਜਦੋਂ ਸ਼ਰਮ ਤੇ ਸੁਰਤ ਦੋਨੋਂ ਸੱਚ ਦੇ ਪਾਸੇ ਲੱਗ ਪਏ ਤਾਂ ਇਹਨਾਂ ਚੋਂ ਜੋ ਮੇਰੀ ਬਿਰਤੀ ਪੈਦਾ ਹੁੰਦੀ ਹੈ ਉਹਨੂੰ ਕਾਮਣ ਮੇਰੀ ਪਤਨੀ ਕਹਿੰਦੇ ਹਨ। ਇਸ ਕਾਮਣ ਪਤਨੀ ਨੂੰ ਪ੍ਰਾਪਤ ਕਰਨ ਵਾਸਤੇ, ਦੁਨਿਆਵੀ ਤੌਰ ਤੇ ਇੱਕ ਪਤਨੀ ਪ੍ਰਾਪਤ ਕਰਨ ਵਾਸਤੇ ਉਹਦੀ ਮਾਂ ਹੋਣੀ ਚਾਹੀਦੀ ਹੈ। ਮਾਂ ਨੂੰ ਸੱਸ ਕਹਿੰਦੇ ਨੇ। ਜਿਸ ਸੱਸ ਨੇ ਇੱਕ ਲੜਕੀ ਪੈਦਾ ਕੀਤੀ ਉਹ ਦੁਨਿਆਵੀ ਤੌਰ ਤੇ ਅੱਜ ਕਿਸੇ ਦੀ ਪਤਨੀ ਬਣੀ। ਲੇਕਿਨ ਜਦੋਂ ਚੜ੍ਹਦੀ ਕਲਾ ਵਾਲੀ ਮੱਤ, ਜਿਸ ਮੱਤ ਵਿੱਚ ਸ਼ਰਮ ਅਤੇ ਸੁਰਤ ਹੈ, ਉਹ ਵਾਲੇ ਸੱਸ ਤੇ ਸਹੁਰਾ ਹੁੰਦੇ ਨੇ, ਉਹਨਾਂ 'ਚੋਂ ਜਿਹੜੀ ਬਿਰਤੀ ਮੇਰੀ ਅਵਸਥਾ ਪ੍ਰਾਪਤ ਹੁੰਦੀ ਹੈ ਉਹ ਕਾਮਣ ਕਹਿਲਾਉਂਦੀ ਹੈ, ਔਰ ਉਹਦੇ 'ਚੋਂ ਚੰਗੇ ਵਾਲੇ ਬੱਚੇ ਪ੍ਰਾਪਤ ਹੁੰਦੇ ਨੇ। ਅੱਗੇ ਆਉਂਦਾ ਹੈ, ਸਾਹਾ ਸੰਜੋਗ ਵਿਆਹ ਵੰਜੋਗ, ਸੱਚ ਸੰਤਤ ਕੋ ਨਾਨਕ ਜੋਗ। ਉਹਦੇ 'ਚੋਂ ਫਿਰ ਚੰਗੇ ਗੁਣਾ ਰੂਪੀ ਬੱਚੇ ਕਿਸ ਤਰ੍ਹਾਂ ਪੈਦਾ ਹੁੰਦੇ ਨੇ। ਸਾਡੇ ਸਰੀਰਕ ਧੀਆਂ ਪੁੱਤਰਾਂ ਦੀ ਗੱਲ ਨਹੀਂ ਨਾ ਚੱਲ ਰਹੀ। ਇੰਜ ਇਹ ਸਾਰਾ ਇੰਜ ਅਸੀਂ ਇੱਕ ਸ਼ਬਦ ਪੜ੍ਹਿਆ ਸੀ, ਸੁਨੋ ਦਰਾਣੀ ਸੁਨੋ ਜਠਾਣੀ ਆਚਰਜ ਪਿਓ। ਫਿਰ ਇੰਜ ਇੱਕ ਸ਼ਬਦ ਪੜ੍ਹਿਆ ਸੀ, ਸਾਸ ਕੀ ਦੁਖੀ ਸਸੁਰ ਕੀ ਪਿਆਰੀ। ਇਹ ਸਾਰੇ ਸ਼ਬਦਾਂ ਦੇ ਵਿੱਚ ਅਸੀਂ ਪ੍ਰਤੀਕ ਲੱਭਦੇ ਹਾਂ ਕੀ ਹੁੰਦੇ ਨੇ। ਹੈ ਦੇਵਰ ਜੇਠ ਮੋਈ ਸੱਸੂ ਕਾ ਡਰ ਕਿਸ, ਇਸ ਤਰੀਕੇ ਨਾਲ ਬੜੇ ਸਾਰੇ ਸ਼ਬਦ ਨੇ। ਉਹ ਸਾਰੇ ਨੂੰ ਅਸੀਂ ਸਮਝਣਾ ਹੈ। ਜੇ ਉਹ ਚੰਗੀ ਮੱਤ ਵਾਲੇ ਪ੍ਰਾਪਤ ਹੋਏ ਨੇ ਤਾਂ ਉਹ ਕਿਹੜੇ ਹੁੰਦੇ ਨੇ, ਜੇ ਅੱਜ ਉਹ ਨਹੀਂ ਰਹੇ ਨੇ ਤਾਂ ਉਹ ਕਿਹੜੀ ਕੁਮਤ ਸੀ। ਪਹਿਲੀ ਕਰੂਪ ਕੁਜਾਤ ਕੁਲਖਣੀ, ਸੌ ਰਹਿ ਪਈ ਹੈ ਬੁਰੀ, ਅਬ ਕੀ ਸਰੂਪ ਸੁਜਾਨ ਸੁਲਖਣੀ। ਕਿਹੜਾ ਉਹ ਸ਼ਬਦ ਹੈ, ਕਬੀਰ ਸਾਹਿਬ ਦਾ, ਹੈ ਨਾ। ਇੰਜ ਉਹਦੇ 'ਚੋਂ ਮੇਰੀ ਪਹਿਲੀ ਪਤਨੀ ਕਿਹੜੀ ਸੀ ਤੇ ਹੁਣ ਦੀ ਪਤਨੀ ਕਿਹੜੀ ਹੈ। ਅੰਦਰ ਦੀ ਅਵਸਥਾ ਦੀ ਗੱਲ ਚੱਲ ਰਹੀ ਨਾ। ਇਹ ਤਾਂ ਨਹੀਂ ਹੈ ਕਿ ਪਹਿਲੀ ਨੂੰ ਡਿਵੋਰਸ ਦੇ ਦਿਓ ਤੇ ਦੂਜੀ ਲੈ ਆਓ, ਉਹ ਤਾਂ ਨਹੀਂ ਨਾ ਸਿਖਾ ਰਹੇ ਨੇ। ਬਾਹਰਲੇ ਰਿਸ਼ਤਿਆਂ ਦੀ ਗੱਲ ਨਹੀਂ ਚੱਲ ਰਹੀ। ਜਿਹੜੇ ਅੰਦਰ ਦੇ ਮੰਦੇ ਖਿਆਲਾਂ ਵਾਲੇ ਰਿਸ਼ਤੇ ਮੈਂ ਤਿਆਰ ਕਰਦਾ ਹਾਂ, ਉਹਨਾਂ ਨੂੰ ਕਹਿੰਦੇ ਨੇ ਇਹ ਕੁਟੁੰਬ ਤੁਝੇ ਦੇਖਦਾ ਚੱਲਾ ਨਹੀਂ ਤੇਰੇ ਨਾਲ ਹੈ। ਉਹਨੂੰ ਕਹਿੰਦੇ ਕਾਕੀ ਮਾਤ ਪਿਤਾ ਸੁਧ ਬੰਧਵ ਕੋ ਕਾਹੂ ਕੋ ਨਹੀਂ। ਇਹ ਸਾਰੇ ਤੇਰਾ ਜਦੋਂ ਵਿਕਾਰ ਜੰਮ ਤੈਨੂੰ ਸਤਾਏ ਔਰ ਤੈਨੂੰ ਆਤਮਕ ਮੌਤ ਆਏ, ਉਸ ਵੇਲੇ ਤੇਰਾ ਸਾਥ ਨਹੀਂ ਦੇ ਸਕਦੇ ਨੇ। ਉਸ ਵੇਲੇ ਜਦੋਂ ਮੈਂ ਸਤਿਗੁਰ ਦੇ ਪੱਲੇ ਲੱਗ ਜਾਵਾਂ ਤਾਂ ਇਹ ਮੰਦੇ ਖਿਆਲਾਂ ਦੇ ਸਾਖ ਹੱਬੇ ਸਾਖ ਕੁੜਾਵੇ ਦਿੱਠੇ, ਤਾਂ ਉਹ ਪੱਲੇ ਤੈਂਡੇ ਲਾਗੇ, ਹੈ ਨਾ। ਕੁੜੀ ਦੇ ਪੇਕਿਆਂ ਨੂੰ ਤੇ ਸਾਖ ਕੁੜਾਵੇ ਨਹੀਂ ਕਹਿੰਦੇ ਨੇ ਨਾ, ਹੈ ਨਾ। ਇੰਜ ਇਹ ਅੰਦਰ ਦੀ ਖੇਡ। ਇਹ ਫਿਰ ਸ਼ਬਦ ਦੀ ਪੰਕਤੀ ਆਈ ਹੈ ਜੀ, ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ।
ਸੋ ਕਿਹੜੇ ਮਾਪਿਓ ਦੀ ਗੱਲ ਕੀਤੀ ਗਈ ਹੈ? ਅਸੀਂ ਇਹਦੇ 'ਚੋਂ ਇਸ਼ਾਰਤਨ ਸਮਝ ਲੈਂਦੇ ਹਾਂ। ਜਦੋਂ ਸੰਤੋਖ ਰੂਪੀ ਪਿਤਾ ਮੈਨੂੰ ਮਤ ਨੂੰ ਪ੍ਰਾਪਤ ਹੁੰਦਾ ਹੈ, ਉਹ ਜਿਹੜੀ ਉਸ ਦੀ ਕ੍ਰੀਏਟਰ ਹੈ, ਉਸ ਦੀ ਸੋਰਸ ਹੈ ਧੰਨ ਧੰਨ ਜਨਨੀ, ਤਾਂ ਉਹਦੇ ਨਾਲ ਜਿਹੜੇ ਮੇਰੇ ਚੰਗੇ ਗੁਣਾ ਰੂਪੀ ਅੱਗੇ ਬੱਚੇ ਪੈਦਾ ਹੁੰਦੇ ਨੇ, ਚੰਗੇ ਗੁਣਾ ਰੂਪੀ, ਨਾਟ ਸਰੀਰਕ, ਬਾਇਓਲੋਜੀਕਲ ਦੀ ਨਹੀਂ ਗੱਲ ਚੱਲ ਰਹੀ, ਉਹ ਸਾਰਾ ਹੁੰਦਾ ਹੈ ਕੁੱਲ। ਇਹਨਾਂ ਦੇ ਨਾਲ ਸਤਿਗੁਰ ਦੀ ਮੱਤ ਲੈ ਕੇ ਮੇਰੇ ਮਨ ਨੂੰ ਸਤਿਗੁਰ ਦੇ ਨਾਲ ਮਰਜ ਕੀਤਾ ਜਾਂਦਾ ਹੈ, ਤਾਂ ਉਹ ਸਾਰੇ ਇੰਦਰੀ ਗਿਆਨੇਂਦਰੀਆਂ ਨੂੰ ਸਤਿਗੁਰ ਦੀ ਮੱਤ ਦੇਣ ਯੋਗ ਨਵਾਂ ਮਨ ਪੈਦਾ ਹੋ ਜਾਂਦਾ ਹੈ। ਉਹਨੂੰ ਕਹਿੰਦੇ ਨੇ ਜੰਮਿਆ ਪੂਤ ਭਗਤ ਗੋਬਿੰਦ ਕਾ। ਜੇ ਉਹ ਨਾ ਪੈਦਾ ਹੋਏ, ਉਸ ਅਵਸਥਾ ਨੂੰ ਕਹਿੰਦੇ ਨੇ ਜੈ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ। ਉਹਦੀ ਮੱਤ ਮਾਨੋ ਵਿਧਵਾ ਹੋ ਗਈ, ਮੱਤ ਮਾਨੋ ਸੱਚ ਨੂੰ ਨਹੀਂ ਲੈ ਪਾਈ, ਮੱਤ ਨੇ ਸੱਚ ਨੂੰ ਇਗਨੋਰ ਕਰ ਦਿੱਤਾ, ਉਹਦਾ ਮਨ ਰੂਪੀ ਚੰਗਾ ਪੁੱਤਰ ਕੁਲ ਪੈਦਾ ਨਹੀਂ ਹੁੰਦਾ। ਸੋ ਅਸੀਂ ਇਸ ਦੀ ਗਹਿਰਾਈ ਵਿੱਚ ਅੱਗੇ ਸਾਰੇ ਸ਼ਬਦ ਹੀ ਜਾਵਾਂਗੇ। ਮਾਤਾ ਮਤ ਪਿਤਾ ਸੰਤੋਖ ਵਾਂਗੂ ਸਾਨੂੰ ਸੁਚੱਜੀ ਮਤ ਅਤੇ ਸੰਤੋਖ ਪਿਤਾ ਪ੍ਰਾਪਤ ਕਰਨਾ ਹੈ। ਇਹ ਅੰਦਰ ਦਾ ਕੁਲ ਉਧਾਰਨਾ, ਇਹ ਆਪਣਾ ਪਿਤਰੀ ਹੋਏ ਉਧਾਰੋ ਬਣਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਲੋਕ ਹੈ ਜੀ ਫਰੀਦ ਸਾਹਿਬ ਜੀ ਦਾ ਜੀ। ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ, ਅੱਗੇ ਗਏ ਸੁਝਾਵ ਸਣ ਚੋਟਾਂ ਖਾਸੀ ਕੋ। ਹਾਂਜੀ, ਤੁਹਾਡਾ ਨਾਂ ਕੀ ਹੈ? ਮਨਪ੍ਰੀਤ ਸਿੰਘ ਜੀ। ਹਾਂ, ਇਹ ਤਾਂ ਸ਼ਲੋਕ ਹੈ। ਹੁਣ ਸਵਾਲ ਕੀ ਹੈ? ਇਹ ਸਵਾਲ ਦਾ ਮਾੜਾ ਜਿਹਾ ਆਨਸਰ ਅਰਥ ਕਰਨਾ। ਅਸੀਂ ਸਮਝਦੇ ਹਾਂ ਕਿਸੇ ਦਾ ਲੂਣ ਖਾ ਲਿਆ ਨਾ ਤਾਂ ਉਸ ਦਾ ਅਹਿਸਾਨ ਫਰਾਮੋਸ਼ ਨਹੀਂ ਹੋਣਾ। ਜੇ ਅਸੀਂ ਜਿਸ ਦਾ ਲੂਣ ਖਾ ਜਾਈਏ ਔਰ ਉਹਦੇ ਥੈਂਕਲੈਸ ਹੋ ਜਾਈਏ ਤਾਂ ਉਹਨੂੰ ਕਹਿੰਦੇ ਨੇ ਲੂਣ ਹਰਾਮੀ। ਇਹ ਹੈ ਬਾਹਰਲੇ ਲੂਣ ਦੀ ਗੱਲ। ਪਰ ਇਸ ਚੋਂ ਪ੍ਰਤੀਕ ਲੱਭਣਾ ਹੈ ਕਿ ਅਹਿਸਾਨ ਫਰਾਮੋਸ਼ ਨਹੀਂ ਹੋਣਾ, ਮੀਨਸ ਗ੍ਰੈਟੀਟਿਊਡ। ਜੇ ਮੈਂ ਰੱਬ ਦੀ ਦਾ ਸ਼ੁਕਰ ਨਹੀਂ ਕਰ ਸਕਦਾ, ਆਪਣੇ ਮਾਤਾ ਪਿਤਾ ਦਾ ਸ਼ੁਕਰ ਨਹੀਂ ਕਰ ਸਕਦਾ, ਜਾਂ ਦੁਨੀਆ ਵਿੱਚ ਕਿਸੇ ਨੇ ਵੀ ਮੇਰਾ ਭਲਾ ਕੀਤਾ ਮੈਂ ਉਹਦਾ ਸ਼ੁਕਰ ਨਹੀਂ ਕਰ ਸਕਦਾ, ਤਾਂ ਮੈਂ ਅਹਿਸਾਨ ਫਰਾਮੋਸ਼ ਹੋ ਗਿਆ ਹਾਂ, ਲੂਣ ਹਰਾਮੀ ਹੋ ਗਿਆ ਹਾਂ। ਮੈਨੂੰ ਆਦਤ ਹੀ ਨਹੀਂ ਹੈ ਕਿ ਮੈਂ ਕਿਸੇ ਦਾ ਥੈਂਕਸ ਕਰ ਸਕਾਂ, ਕਿਉਂਕਿ ਮੈਨੂੰ ਆਦਤ ਹੀ ਨਹੀਂ ਹੈ ਮੈਂ ਕਿਸੇ ਨੂੰ ਐਪਰੀਸ਼ੀਏਟ ਕਰ ਸਕਾਂ, ਮੈਂ ਕਿਸੇ ਦੀ ਵਡਿਆਈ ਪ੍ਰਸ਼ੰਸਾ ਕਰ ਸਕਾਂ, ਮੈਨੂੰ ਇਹ ਆਦਤ ਹੀ ਨਹੀਂ ਹੈ। ਮੇਰੀ ਪਤਨੀ ਰੋਜ਼ ਰੋਟੀ ਬਣਾਏ ਮੈਂ ਖਾ ਲਵਾਂ, ਪਰ ਜਿਸ ਦਿਨ ਠੀਕ ਨਾ ਬਣਾਏ, ਖਾਣ ਵਾਲੇ ਦਿਨ ਤਾਂ ਮੈਂ ਉਹਦਾ ਥੈਂਕਸ ਨਾ ਕਰਾਂ, ਪਰ ਜਿਸ ਦਿਨ ਠੀਕ ਨਾ ਬਣਾਏ ਉਸ ਦਿਨ ਮੈਂ ਉਸ ਦਾ ਨੁਕਸ ਕੱਢ ਕੇ ਉਹਦੇ ਪੇਕਿਆਂ ਨੂੰ ਵੀ ਬੁਰਾ ਭਲਾ ਪੁਣ ਦਿਆਂ, ਕਹਿ ਦਿਆਂ, ਤਾਂ ਮੈਂ ਅਹਿਸਾਨ ਫਰਾਮੋਸ਼ ਹੀ ਹਾਂ, ਕਿਉਂਕਿ ਮੈਨੂੰ ਰੋਜ਼ ਉਸ ਨੂੰ ਐਪਰੀਸ਼ੀਏਟ ਕਰਨਾ ਵਾਲਾ ਜਜ਼ਬਾ ਹੈ ਹੀ ਨਹੀਂ ਹੈ। ਜਦੋਂ ਇਹ ਜਜ਼ਬਾ ਨਾ ਹੋਵੇ ਨਾ ਤਾਂ ਉਹਨੂੰ ਲੂਣ ਹਰਾਮੀ ਕਹਿੰਦੇ ਨੇ। ਅਗਲਾ ਦਾ ਮਤਲਬ ਕੀ ਹੁੰਦਾ ਹੈ? ਅਗਲਾ ਮਤਲਬ ਹੁੰਦਾ ਬਹੁਤ, ਟੂ ਮੱਚ। ਆਟਾ ਕੀ ਹੁੰਦਾ ਹੈ? ਆਟਾ ਹੁੰਦਾ ਹੈ ਸੱਚ ਦੀ ਰਿਜ਼ਕ ਦਾ ਭੋਜਨ। ਸੱਚ ਦੀ ਰਿਜ਼ਕ ਦਾ ਭੋਜਨ ਨੂੰ ਸਾਦਗੀ ਦਾ ਭੋਜਨ ਵੀ ਕਹਿੰਦੇ ਹਨ। ਸੱਚ ਦੀ ਰਿਜ਼ਕ ਦੇ ਭੋਜਨ ਨੂੰ
ਰੋਟੀ ਮੇਰੀ ਕਾਠ ਕੀ ਵੀ ਕਹਿੰਦੇ ਹਨ। ਫਰੀਦ ਜੀ ਦੀ ਬੋਲੀ 'ਚ ਸੱਚ ਦੇ ਰਿਜ਼ਕ ਦੇ ਭੋਜਨ ਨੂੰ ਰੂਖੋ ਭੋਜਨ ਭੂਮ ਸੈਨ ਸਖੀ ਪ੍ਰਿਯ ਸੰਗ ਸੂਖ ਬਿਹਾਤ ਵੀ ਕਹਿੰਦੇ ਨੇ। ਰੂਖੋ ਭੋਜਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਮੈਂ ਫੁਲਕਾ ਚੋਪੜਿਆ ਨਹੀਂ ਖਾਂਦਾ ਅਤੇ ਨਾਲ ਸਬਜ਼ੀ ਨਹੀਂ ਹੁੰਦੀ, ਮੈਂ ਰੁੱਖਾ ਫੁਲਕਾ ਹੀ ਖਾ ਜਾਂਦਾ ਹਾਂ। ਰੂਖੋ ਭੋਜਨ ਦਾ ਇਹ ਮਤਲਬ ਨਹੀਂ ਹੁੰਦਾ। ਤੁਹਾਡੇ ਕੋਲ ਲੱਖਾਂ ਹੋਣ ਔਰ ਫਿਰ ਵੀ ਸਾਦਗੀ ਨਾਲ ਰਹਿਣ ਦਾ ਗਰੀਬੜਾ ਸੁਭਾਅ ਹੋਵੇ। ਸਤਿਗੁਰ ਦੀ ਮੱਤ ਦੇ ਰਿਜ਼ਕ ਦਾ ਆਟਾ, ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀਂ ਲੋਣ। ਜੇ ਬਾਹਰਲੀ ਦੁਨੀਆ ਦਾ ਹੋਵੇ, ਉਹ ਜੀ ਇੱਕ ਤੇ ਕੋਲ ਢੇਰ ਆਟਾ ਹੈ ਤੇ ਇੱਕ ਦੇ ਕੋਲ ਲੂਣ ਵੀ ਨਹੀਂ ਹੈ। ਤਾਂ ਜਿਨ੍ਹਾਂ ਦੇ ਕੋਲ ਢੇਰ ਆਟਾ ਹੈ, ਜ਼ਰੂਰੀ ਨਹੀਂ ਹੈ ਕਿ ਉਸਨੇ ਆਟਾ ਪਾਪ ਦੀ ਕਮਾਈ ਕੀਤੀ ਹੈ। ਇਹ ਇੱਕ ਵੋਕੈਬਲਰੀ ਫਰੀਦ ਜੀ ਬਾਹਰਲੇ ਲਫ਼ਜ਼ਾਂ ਦੀ ਵਰਤਦੇ ਨੇ, ਕਿਉਂਕਿ ਮੈਂ ਜਿਤਨਾ ਸੁਣਿਆ, ਹੋ ਸਕਦਾ ਉਹ ਗਲਤ ਵੀ ਹੋ ਸਕਦਾ ਹੈ, ਪਰ ਮੈਂ ਸੁਣਿਆ ਕਿ ਫਰੀਦ ਜੀ 10 ਜਾਂ 12 ਭੈਣ ਭਰਾ ਸਨ ਔਰ ਬਹੁਤ ਜ਼ਿਆਦਾ ਗਰੀਬੀ ਸੀ ਔਰ ਇਸ ਗਰੀਬੀ ਵਿੱਚ ਉਹਨਾਂ ਦੇ ਘਰ ਵਿੱਚ ਸਬਜ਼ੀ ਬਣਾਉਣ ਜੋਗੇ ਵੀ ਪੈਸੇ ਨਹੀਂ ਸਨ। ਤਾਂ ਜਿਸ ਦਿਨ ਉਹ ਮਸਾਂ ਰੋਟੀ ਨੂੰ ਪਾਣੀ ਵਿੱਚ ਡੁਬੋ ਕੇ ਖਾਂਦੇ ਸਨ, ਜਿਸ ਦਿਨ ਉਹਨਾਂ ਦੇ ਘਰ ਵਿੱਚ ਪਾਣੀ ਦੇ ਵਿੱਚ ਲੂਣ ਵੀ ਘੋਲ ਦਿੱਤਾ ਜਾਂਦਾ ਸੀ ਔਰ ਉਹਦੇ ਨਾਲ ਫੁਲਕਾ ਲਾ ਕੇ ਖਾਂਦੇ ਸਨ, ਉਹ ਉਸ ਦਿਨ ਉਹਨਾਂ ਦਾ ਟਰੀਟ ਦਾ ਦਿਨ ਹੁੰਦਾ ਸੀ। ਅੱਜ ਵੀ ਕੋਈ ਲੱਗਦਾ ਹੈ ਕੋਈ ਵਧੀਆ, ਕੋਈ ਖੁਸ਼ੀ ਦੀ ਗੱਲ ਵਾਪਰ ਗਈ ਹੈ ਜੋ ਪਾਣੀ ਵਿੱਚ ਲੂਣ ਵੀ ਪਾਇਆ ਹੋਇਆ, ਪਰ ਅਸੀਂ ਇਹਦੇ 'ਚੋਂ ਇੱਕ ਪ੍ਰਤੀਕ ਲੱਭਣਾ ਹੈ। ਸ਼ੁਕਰ, ਗ੍ਰੈਟੀਟਿਊਡ, ਥੈਂਕਸ ਦੀ ਅਵਸਥਾ। ਜੇ ਇੱਕ ਮਨੁੱਖ ਦੀ ਐਪਰੀਸ਼ੀਏਸ਼ਨ ਕਰਦੇ ਜਾਈਏ, ਉਹਦੇ ਕੀਤੇ ਕੰਮ ਦੀ ਸ਼ਲਾਘਾ ਕਰਦੇ ਜਾਈਏ, ਉਹਦੇ ਥੈਂਕਫੁਲ ਰਹੀਏ। ਜੇ ਮੇਰੀ ਐਨਕ ਡਾਕਟਰ ਬਣਾਏ, ਮੈਂ ਪੈਸੇ ਵੀ ਦਿੰਦਾ ਔਰ ਥੈਂਕ ਯੂ ਕਰਦਾ। ਕੋਈ ਮੇਰਾ ਦੰਦ ਲਗਾਏ, ਮੈਂ ਪੈਸੇ ਵੀ ਦਿੰਦਾ, ਥੈਂਕ ਯੂ ਕਰਦਾ। ਕੋਈ ਮੇਰੇ ਸਿਰ ਦਰਦ ਦੀ ਦਵਾਈ ਦੇ, ਮੈਂ ਪੈਸੇ ਵੀ ਦਿੰਦਾ, ਥੈਂਕ ਯੂ ਕਰਦਾ ਉਹਨੂੰ। ਕੋਈ ਮੇਰੀ ਪੈਂਟ ਸੀ ਦਿੰਦਾ, ਉਹਨੂੰ ਪੈਸੇ ਵੀ ਦਿੰਦਾ, ਥੈਂਕ ਯੂ ਕਰਦਾ। ਤਾਂ ਮੈਨੂੰ ਚਾਰੋਂ ਪਾਸੇ ਮਨੁੱਖਾਂ ਨਾਲ ਇਹ ਜੀਣਾ ਜੇ ਆ ਜਾਏ ਤਾਂ ਮੈਂ ਲੂਣ ਹਰਾਮੀ ਨਹੀਂ। ਲੇਕਿਨ ਜੇ ਮੈਂ ਥੈਂਕਲੈਸ ਹੋ ਜਾਵਾਂ ਤਾਂ ਮੈਂ ਅਵਗੁਣ ਜ਼ਰੂਰ ਕੱਢਾਂਗਾ, ਲੇਕਿਨ ਕੀਤੇ ਕੰਮ ਦੀ ਮੈਂ ਕੋਈ ਸ਼ਲਾਘਾ ਨਹੀਂ ਕਰਾਂਗਾ। ਉਹਦਾ ਮਤਲਬ ਹੋ ਗਿਆ 99 ਦਿਨ ਤੁਸੀਂ ਕੰਮ ਕੀਤਾ, ਮੈਨੂੰ ਕੋਈ ਪਰਵਾਹ ਨਹੀਂ, ਕੋਈ ਫਰਕ ਨਹੀਂ ਪੈਂਦਾ। ਇੱਕ ਦਿਨ ਨਹੀਂ ਕੀਤਾ ਤਾਂ ਇਹੀ ਸਾਡੇ ਘਰਾਂ ਦੇ ਵਿਚਕਾਰ ਰਿਲੇਸ਼ਨਸ਼ਿਪ ਵਿਗੜਦੀ ਹੈ। ਜੇ ਪਤਨੀ 99 ਦਿਨ ਕੰਮ ਕਰੇ, ਇੱਕ ਦਿਨ ਨਾ ਕਰੇ, ਤਾਂ ਸਾਡਾ ਸਾਰਾ ਘਰ ਉਥਲ ਪੁਥਲ ਹੋ ਜਾਂਦਾ ਹੈ, ਕਿਉਂਕਿ ਉਹਦੇ ਕੀਤੇ ਕੰਮ ਦੀ ਸ਼ਲਾਘਾ ਸਾਡੇ ਕੋਲ ਨਹੀਂ ਹੈ। ਲੂਣ ਹਰਾਮੀ। ਲੇਕਿਨ ਇੱਕ ਨਾ ਆਟਾ ਅਗਲਾ, ਔਰ ਉਹ ਸਾਡੀ ਸਮਾਜਿਕ ਕਾਣੀ ਵੰਡ ਹੈ ਕਿ ਇੱਕ ਕੋਲ ਤੇ ਲੂਣ ਵੀ ਨਾ ਹੋਵੇ ਔਰ ਇੱਕ ਕੋਲ ਢੇਰ ਸਾਰਾ ਆਟਾ ਹੋਵੇ। ਇਹ ਸਾਡੀ ਸਮਾਜਿਕ ਸਿਸਟਮ ਦੀ, ਆਰਥਿਕ ਵਿਵਸਥਾ ਦੀ ਕਾਣੀ ਵੰਡ। ਇਸ ਨੂੰ ਦੂਰ ਕਰਨ ਵਾਸਤੇ ਗੁਰੂ ਪਾਤਸ਼ਾਹ ਨੇ ਵੰਡ ਛਕਣਾ ਸਿਖਾਇਆ। ਇੱਕ ਪਿਤਾ ਇੱਕ ਸਕੇਮ ਬਾਰਕ ਸਿਖਾਇਆ। ਅੱਜ ਅਸੀਂ ਸਮਝਦੇ ਹਾਂ ਮੈਂ ਕਾਰ ਵਿੱਚ ਜੇ ਬੈਠਾ ਹਾਂ ਤਾਂ ਮੈਂ ਪਿਛਲੇ ਜਨਮ ਦੀ ਕਿਸਮਤ ਕਰਕੇ ਅਮੀਰ ਹਾਂ, ਪਰ ਜੇ ਕੋਈ ਇਨਸਾਨ ਗਰੀਬ ਹੈ, ਉਹ ਪਿਛਲੇ ਜਨਮ ਦੀ ਕਿਸਮਤ ਕਰਕੇ ਗਰੀਬ ਹੈ। ਇਹ ਭੁਲੇਖਾ ਗੁਰੂ ਪਾਤਸ਼ਾਹ ਨੇ ਬਾਣੀ ਰਾਹੀਂ ਕੱਢ ਦਿੱਤਾ। ਜਿੱਥੇ ਨੀਤ ਸੰਭਾਲਣ ਤਿੱਥੇ ਨਦਰ ਤੇਰੀ ਬਖਸ਼ੀਸ਼ ਸਿਖਾ ਦਿੱਤਾ। ਇਹਦਾ ਮਤਲਬ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀਂ ਲੋਣ। ਸਮਾਜਿਕ ਕਾਣੀ ਵੰਡ ਦੀ ਵਿਵਸਥਾ ਦੀ ਜੇ ਅਸੀਂ ਗੱਲ ਕਰੀਏ, ਇਹਦੇ ਨਾਲ ਮੇਰਾ ਜੀਵਨ ਉੱਚਾ ਨਹੀਂ ਹੁੰਦਾ। ਪਰ ਕਹਿੰਦੇ ਨੇ ਇੱਕ ਨਾ ਆਟਾ ਅਗਲਾ, ਇੱਕ ਕੋਲ ਸਤਿਗੁਰ ਦੀ ਮੱਤ ਲੈ ਕੇ ਰਿਜ਼ਕ ਦਾ ਭੋਜਨ ਖਾਣ ਦਾ ਆਟਾ। ਰੂਖੋ ਭੋਜਨ ਸਾਦਗੀ ਦਾ, ਨਮਰਤਾ ਦਾ, ਹੁੰਦੇ ਤਾਣ ਜੋ ਰਹਿ ਨਿਤਾਣਾ। ਹਿਰਦੇ ਗਰੀਬੀ ਵਾਲਾ ਜੀਵਨ ਇੱਕ ਖਿਆਲ ਨਾਲ ਸਮਝ ਆ ਜਾਂਦਾ ਹੈ, ਲੇਕਿਨ ਇੱਕ ਖਿਆਲ, ਇੱਕ ਕਿਸਮ ਦੇ ਮਨੁੱਖ ਥੈਂਕਲੈਸ, ਇੱਕ ਨਾ ਨਾਹੀਂ ਲੋਣ, ਲੂਣ ਹਰਾਮੀ ਹੋ ਜਾਂਦੇ ਨੇ। ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀਂ ਲੋਣ। ਅੱਗੇ ਗਏ ਸਿੰਜਾਪਸਨ। ਅੱਗੇ ਗਏ ਕੀ ਹੁੰਦਾ ਹੈ? ਜਿਸ ਦਿਨ ਤੂੰ ਚੰਗੀ ਮੱਤ ਲੈਂਦਾ ਹੈ ਉਸ ਤੋਂ ਬਾਅਦ ਨੂੰ ਅੱਗੇ ਕਹਿੰਦੇ ਨੇ, ਔਰ ਜਿਸ ਦਿਨ ਤੂੰ ਮੰਦੀ ਮੱਤ ਲੈਂਦਾ ਉਹਨੂੰ ਵੀ ਅੱਗੇ ਕਹਿੰਦੇ ਨੇ। ਅੱਗੇ ਗਏ ਸਿੰਜਾਪਸਨ। ਤੂੰ ਜਦੋਂ ਲੂਣ ਹਰਾਮੀ ਵਾਲਾ ਜੀਵਨ ਜੀਂਦਾ ਹੈ ਤਾਂ ਇਹ ਅੰਦਰੋਂ ਪਰਖਿਆ ਜਾਂਦਾ ਹੈ।
ਨਾਲ ਦੇ ਨਾਲ ਨਿਬੇੜਾ ਪਰਖ ਹੁੰਦੀ ਰਹਿੰਦੀ ਹੈ ਤਾਂ ਇਹਦੇ ਨਾਲ ਚੋਟਾਂ ਪੈਂਦੀਆਂ ਹਨ। ਇਸ ਮਨ ਦੀ ਇਹ ਵਾਲੀ ਅਵਸਥਾ, ਇੱਕ ਅਵਸਥਾ ਹੈ ਕਿ ਇਹ ਹੰਸ ਬੁੱਧੀ ਬਣੇ, ਇੱਕ ਅਵਸਥਾ ਹੈ ਕਿ ਇਹ ਬਗਲਾ ਬੁੱਧੀ ਬਣਦਾ ਹੈ। ਲੇਕਿਨ ਜੇਕਰ ਬਗਲਾ ਬੁੱਧੀ ਨੂੰ ਇਹ ਡ੍ਰੌਪ ਕਰਦਾ ਜਾਏ ਤਾਂ ਕੇਵਲ ਹੰਸ ਬੁੱਧੀ ਰਹਿ ਜਾਂਦੀ ਹੈ। ਇਹਦਾ ਮਤਲਬ ਦੋਨੋਂ ਪੱਖ ਮੇਰੇ ਅੰਦਰ ਹਨ, ਚੰਗੇ ਤੇ ਮੰਦੇ, ਪਤਾਲਾਂ ਪਤਾਲ ਵਰਗੇ ਭੈੜੇ ਅਤੇ ਆਗਾਸਾਂ ਆਗਾਸ ਵਰਗੇ ਚੰਗੇ। ਇਹ ਫਿਰ ਬਾਹਰਲਾ ਸਾਡੇ ਸਮਾਜ ਦੀ ਕਹਾਣੀ ਵੰਡ ਦਾ ਨਹੀਂ ਹੈ, ਸਾਡੇ ਅੰਦਰ ਦੀ ਅਵਸਥਾ ਦਾ ਸਮਝੀਏ ਤਾਂ ਲੱਗਦਾ ਹੈ ਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਵੀਰ ਜੀ, ਤੁਸੀਂ ਇਹ ਗੱਲ ਆਖੀ ਹੋਣੀ ਕਿ ਆਪਾਂ ਪ੍ਰਮਾਤਮਾ ਦੀ ਕਥਾ ਨਹੀਂ ਕਰ ਸਕਦੇ, ਹਰ ਜੀ ਦੀ ਕਥਾ ਨਹੀਂ ਹੋ ਸਕਦੀ। ਕੀ ਨਹੀਂ ਹੋ ਸਕਦੀ ਜਾਂ ਹੋ ਸਕਦੀ, ਤੁਸੀਂ ਦੱਸੋ। ਨਹੀਂ ਹੋ ਸਕਦੀ। ਤੇ ਬਾਣੀ ਵਿੱਚ ਹੁੰਦਾ ਹੈ ਸਭ ਤੇ ਉਤਮ ਹਰ ਕੀ ਕਥਾ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆ। ਹਾਂ, ਇਹਦਾ ਕੀ ਮਤਲਬ ਹੈ ਜੀ? ਉਹ ਬਾਣੀ ਜਦੋਂ ਮਨੂੰ ਨਿਜ ਕਰਦਾ ਸੁਨਿਆ ਦਿੰਦੀ ਹੈ। ਹਾਂਜੀ, ਤੇ ਕਥਾ ਦਾ ਮਤਲਬ ਫਿਰ ਕੀ ਹੋਇਆ? ਕਥਾ ਕਹਾਣੀਆਂ ਨਹੀਂ ਹੈ ਨਾ। ਫਿਰ ਜਦੋਂ ਮੇਰੇ ਨਿੱਜ ਘਰ ਚੋਂ ਸਤਿਗੁਰ ਦੀ ਮੱਤ ਦੀ ਗੱਲ ਮੈਨੂੰ ਮੇਰੇ ਮਨ ਨੂੰ ਸੁਣਾਈ ਜਾਂਦੀ, ਉਹਨੂੰ ਹਰ ਕਥਾ ਕਹਿੰਦੇ। ਲੇਕਿਨ ਦੁਨੀਆ ਮੁਤਾਬਕ ਕਥਾ ਹੁੰਦੀ ਹੈ ਕਿਸੇ ਦੇ ਬਾਰੇ ਕਹਾਣੀਆਂ। ਰੱਬ ਜੀ ਪੈਦਾ ਕਦੋਂ ਹੋਏ, ਰੱਬ ਜੀ ਚਲੇ ਕਦੋਂ ਗਏ, ਰੱਬ ਜੀ ਦੇ ਵੋਟੀ ਬੱਚੇ ਕਿੰਨੇ ਸਨ, ਰੱਬ ਜੀ ਦੇ ਚਾਚੇ ਮਾਮੇ ਦਾ ਕੀ ਨਾਂ ਸੀ। ਇਹ ਹੁੰਦਾ ਨਾ, ਦੁਨੀਆ ਉਸਨੂੰ ਹਰ ਕਥਾ ਸਮਝਦੀ ਹੈ, ਉਹ ਵਾਲੀ ਕਥਾ ਕਹਾਣੀਆਂ। ਲੇਕਿਨ ਗੁਰੂ ਪਾਤਸ਼ਾਹ ਕਹਿੰਦੇ ਨੇ ਤੇਰੇ ਮਨ ਕਿਸ ਤਰ੍ਹਾਂ ਕੰਮ ਕਰਦਾ ਦੇਖ, ਤੂੰ ਸਤਿਗੁਰ ਦੀ ਅੰਦਰ ਵਸਦੇ ਸਤਿਗੁਰ ਦੀ ਹਰ ਦੀ ਕਥਾ ਸੁਣ ਲੈ, और हर जन ऐसा चाहिए जैसा हारी होए, और फिर वैसा तेरा मन बन जाए तो हर कथा दे सीख के सुनिया सीख के उस दे विच मर्ज हो गया। सो किस्से कहानियां वाली कथा नहीं हो सकती। ਨਹੀਂ, ਜੇਕਰ ਕੋਈ ਗੁਰਮਤਿ ਦੀ ਗੱਲ ਕਰਦਾ ਸਟੇਜ ਤੋਂ ਹੈ ਨਾ ਜੀ, ਕੋਈ ਪ੍ਰਚਾਰਕ ਕਥਾ ਕਰਦਾ ਕਿ ਉਹਨੂੰ ਆਪਾਂ ਕਥਾ ਨਹੀਂ ਕਹਿ ਸਕਦੇ, ਫਿਰ ਆਪਾਂ ਕਥਾ ਨਹੀਂ ਆਖਾਂਗੇ ਤੇ ਉਹਨੂੰ ਕੀ ਆਖਾਂਗੇ ਜੀ? ਵੀਰ ਜੀ ਮੈਂ ਨਹੀਂ ਮਨਾ ਕਰ ਸਕਦਾ, ਜੇ ਆਖਣਾ ਤੇ ਆਖ ਸਕਦੇ ਹੋ। ਗੱਲ ਤਾਂ ਉੱਥੇ ਵੀ ਆਪਾਂ ਪਰਮਾਤਮਾ ਦੀ ਸਤਿਗੁਰੂ ਦੀ ਗੱਲ ਕਰਦੇ ਹਾਂ ਕਿ ਉਸ ਨੂੰ ਆਪਾਂ ਕਥਾ ਫਿਰ ਨਹੀਂ ਆਖ ਸਕਦੇ। ਜੇ ਆਖਦੇ ਹਾਂ ਤੇ ਆਖ ਸਕਦੇ ਹਾਂ। ਤੇ ਫਿਰ ਇਹ ਆਪਾਂ ਕਿਉਂ ਕਹਿੰਦੇ ਹਾਂ ਕਿ ਪਰਮਾਤਮਾ ਜਿਹੜੀ ਕਥਾ ਨਹੀਂ ਹੋ ਸਕਦੀ? ਆਸਰ ਆਪਾਂ ਬਿਆਨ ਤੇ ਪਰਮਾਤਮਾ ਦੇ ਗੁਣ ਨਹੀਂ ਕਰਦੇ ਹਾਂ। ਕਿਸੇ ਬਾਰੇ ਕੋਈ ਗੱਲ ਆਖਣੀ, ਇਹ ਕਥਾ ਹੀ ਉਹਦੀ। ਮੈਂ ਤੁਹਾਡੇ ਬਾਰੇ ਗੱਲ ਕਰਦਾ, ਪਰਮਾਤਮਾ ਬਾਰੇ ਗੱਲ ਕਰਦੇ ਹਾਂ, ਪਰਮਾਤਮਾ ਦੀ ਕਥਾ ਹੀ ਇਹ ਵੀ। ਤੇ ਜੇ ਕਥਾ ਨਹੀਂ ਤੇ ਫਿਰ ਉਹਨੂੰ ਕੀ ਆਖਾਂਗੇ? ਮੈਨੂੰ ਨਹੀਂ ਪਤਾ, ਮਨ ਸਮਝ। ਇੱਕ ਵੀਰ ਜੀ ਸਵਾਲ ਹੋਰ ਹੈ ਮੇਰਾ ਕਿ ਤੁਸੀਂ ਗੱਲ ਕਰਦੇ ਹੋ ਕਿ ਆਪਾਂ ਨੂੰ ਸਾਰਿਆਂ ਨਾਲ ਨਾ, ਹਾਂਜੀ, ਤੁਸੀਂ ਗੱਲ ਕਰਦੇ ਹੋ ਆਪਾਂ ਨੂੰ ਸਾਰਿਆਂ ਨਾਲ ਨਾ ਬੜਾ ਮਿੱਠੇ ਨਾਲ ਬੋਲਣਾ ਚਾਹੀਦਾ ਨਾ, ਬੜਾ ਤਰੀਕੇ ਨਾਲ ਬੋਲਣਾ ਚਾਹੀਦਾ ਹੈ ਨਾ ਜੀ। ਤੇ ਮਿੱਠਾ ਬੋਲਣਾ ਹੈ ਨਾ ਜੀ, ਜੇ ਕੋਈ ਬੰਦਾ ਕੋਈ ਗਲਤੀ ਕਰਦਾ ਆ ਕਿ ਉਸ ਨੂੰ ਝਿੜਕਣਾ ਨਹੀਂ ਚਾਹੀਦਾ। ਤੁਸੀਂ ਝਿੜਕਦੇ ਹੋ? ਹਾਂਜੀ, ਝਿੜਕਿਆ ਕਰੋ। ਨਹੀਂ, ਮੇਰੀ ਗੱਲ ਨਹੀਂ ਨਾ ਇਕੱਲੇ ਦੀ ਗੱਲ, ਸਾਰਿਆਂ ਨੂੰ ਪਤਾ ਲੱਗਣੀ ਚਾਹੀਦੀ ਹੈ ਨਾ। ਸਾਰਿਆਂ ਨੂੰ ਅਸੀਂ ਸਿਖਾਉਂਦੇ ਹਾਂ ਝਿੜਕਿਆ ਕਰੋ। ਜੇ ਝਿੜਕਣ ਨਾਲ ਕੰਮ ਬਣਦਾ ਹੈ ਹਾਂਜੀ, ਤਾਂ ਬਣਾ ਲਓ। ਨਹੀਂ, ਸੱਚ ਕੀ ਹੈ ਮਤਲਬ? ਝਿੜਕ ਕੇ ਵਿਖਾਓ। ਨਹੀਂ, ਵੇਖੋ ਮੇਰੀ ਗੱਲ ਸੁਣੋ, ਇੱਕ ਐਗਜ਼ਾਮਪਲ ਬਣਾਓ। ਹਾਂ ਮੈਂ ਦੱਸਣਾ ਕਿ ਸਤਿਗੁਰ ਨੇ ਸਾਨੂੰ ਬਾਣੀ ਵਿੱਚ ਕਈ ਥਾਵਾਂ 'ਤੇ ਝਿੜਕਿਆ ਨਹੀਂ ਹੈਗਾ। ਮੈਂ ਦੱਸਣਾ ਤੁਹਾਨੂੰ ਇੱਕ ਮਿੰਟ। ਅਸੀਂ ਜੇ ਗੁਰ ਝਿੜਕੇ ਦਾ ਮੀਠਾ ਲੱਗ ਗਿਆ, ਅਸੀਂ ਝਿੜਕ ਦੇ ਅਰਥ ਸਮਝਾਂਗੇ, ਉਹਦਾ ਭਾਵ ਅਰਥ ਲੱਭਾਂਗੇ। ਪਰ ਮੇਰੇ ਨੌਕਰ ਨੇ, ਮੇਰੇ ਪੁੱਤਰ ਨੇ, ਮੇਰੀ ਵੋਟੀ ਨੇ ਜਾਂ ਕਿਸੇ ਮੇਰੇ ਕੰਮ ਤੇ ਕਾਰਨ ਵਾਲੇ ਨੇ ਕੰਮ ਨਹੀਂ ਕੀਤਾ, ਉਹ ਝਿੜਕਣਾ ਸਤਿਗੁਰ ਦੀ ਝਿੜਕ ਦੇ ਬਰਾਬਰ ਹੈ ਨਹੀਂ ਹੈ। ਨਹੀਂ, ਜੇਕਰ ਕੋਈ ਉਹ ਅਧਿਆਪਕ, ਝਿੜਕਣਾ ਸੁਣਾਵਾਂ, ਜੇਕਰ ਕੋਈ ਜੇ ਅੱਗੋਂ ਤੋਂ ਇੰਝ ਕਰੋਗੇ ਨਾ ਘਰੋਂ ਕੱਢ ਦਿਆਂਗਾ, ਜੇ ਅੱਗੋਂ ਇੰਝ ਕਰੋਗੇ ਨਾ ਤੈਨੂੰ ਪ੍ਰਾਪਰਟੀ ਹਿੱਸਾ ਨਹੀਂ ਦਿਆਂਗਾ, ਜੇ ਅੱਗੋਂ ਤੋਂ ਇੰਝ ਕਰੋਗੇ ਨਾ ਜੇਲ੍ਹ 'ਚ ਪਾ ਦਿਆਂਗਾ, ਅੱਗੋਂ ਕਹੋਗੇ ਰੋਟੀ ਨਹੀਂ ਦਿਆਂਗਾ, ਜੇ ਤੂੰ ਮੇਰਾ ਵਰਕਰ ਹੈ ਤੇ ਅੱਗੋਂ ਤੋਂ ਇੰਝ ਕਹੇਗਾ ਤੈਨੂੰ ਮੈਂ ਨੌਕਰੀ 'ਚੋਂ ਕੱਢ ਦਿਆਂਗਾ। ਇਹ ਝਿੜਕਣਾ ਸਤਿਗੁਰ ਜੀ ਦੀ ਝਿੜਕਣਾ ਨਹੀਂ ਹੈ। ਅੱਛਾ, ਜੇਕਰ ਕੋਈ ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਔਰ ਸਤਿਗੁਰ ਜੀ ਅਵਗੁਣ ਕੋਨਾ ਚਿਤਾਰਦਾ ਗਾ ਸੇਤੀ ਲਾਇਕ ਕਰਦੇ ਨੇ, ਰਾਈਟ। ਇਸ ਕਰਕੇ ਜੋ ਅਸੀਂ ਝਿੜਕਦੇ ਹਾਂ ਉਹ ਝਿੜਕ ਨੂੰ ਜੇ ਗੁਰ ਝਿੜਕਿਆ ਤਾਂ ਮੀਠਾ ਲਾਗੇ ਨਾਲ ਨਹੀਂ ਸਮਝਣਾ, ਜੇ ਗੁਰ ਝਿੜਕਿਆ ਤਾਂ ਮੀਠਾ ਲੱਗਾ ਝਿੜਕ ਨੂੰ ਸਮਝਣਾ ਹੈ। ਆਪਣੀ ਜੀਵਨ ਦੀ ਪ੍ਰੈਕਟਿਸ ਵਿੱਚ ਹਰ ਕਥਾ ਵੀ ਕਹਿ ਸਕਦੇ ਹੋ,
ਆਪਣੇ ਜੀਵਨ ਦੀ ਪ੍ਰੈਕਟਿਸ ਵਿੱਚ ਕਿਸੇ ਨੂੰ ਝਿੜਕ ਵੀ ਸਕਦੇ ਹੋ। ਮੈਂ ਥੋੜ੍ਹਾ ਨਾ ਮਨਾ ਕਰ ਸਕਦਾ। ਜੇ ਝਿੜਕ ਕੇ ਤੁਹਾਡੇ ਕੰਮ ਬਣਦੇ ਨੇ ਔਰ ਮਨ ਦੀ ਅਵਸਥਾ ਠੀਕ ਰਹਿੰਦੀ ਹੈ, ਫਾਈਨ। ਸੱਸਾਂ ਨੂੰਹਾਂ ਨੂੰ ਝਿੜਕ ਕੀਤੇ ਰਹੀਆਂ ਨੇ, ਨਹੀਂ ਨੂੰਹਾਂ ਸੱਸਾਂ ਨੂੰ ਝਿੜਕ ਰਹੀਆਂ ਨੇ, ਪਤੀ ਪਤਨੀ ਨੂੰ ਝਿੜਕ ਰਿਹਾ ਹੈ, ਔਰ ਮਾਂ ਪਿਓ ਬੱਚਿਆਂ ਨੂੰ ਝਿੜਕ ਰਹੇ ਨੇ ਨਾ। ਜੇ ਝਿੜਕਣ ਨਾਲ ਠੀਕ ਰਹਿੰਦਾ ਮਾਮਲਾ, ਕੈਰੀ ਔਨ। ਮੈਂ ਕਿਸੇ ਨੂੰ ਮਨਾ ਥੋੜ੍ਹਾ ਨਾ ਕਰ ਸਕਦਾ। ਨਾਲੇ ਆਪਾਂ ਇੱਕੋ ਪਾਸੇ ਦੀ ਗੱਲ ਥੋੜੀ ਕਰ ਸਕਦੇ ਜੀ। ਹੁਣ ਵੇਖੋ ਕੋਈ ਬੱਚਾ ਆਇਆ ਕਲਾਸ ਵਿੱਚ ਹੈ ਨਾ, ਉਹ ਹੋਮਵਰਕ ਨਹੀਂ ਕਰਕੇ ਲਿਆਉਂਦਾ ਹੈ ਨਾ, ਉਹ ਯਾਦ ਨਹੀਂ ਕਰਦਾ ਜੋ ਟੀਚਰ ਕਹਿੰਦੇ ਉਸ ਨੂੰ। ਜੇ ਟੀਚਰ ਉਹਦੇ ਭਲੇ ਵਾਸਤੇ ਉਹਨੂੰ ਡਾਂਟਦਾ ਆ ਹੈ ਨਾ, ਉਹਨੂੰ 2-4 ਲਾ ਵੀ ਦਿੰਦਾ ਆ, ਵਾਹ, ਕੀ ਇਹ ਮਾੜੀ ਗੱਲ ਆ? ਤੁਹਾਡੇ ਪਾਣੇ ਕੈਸੀ ਹੈ? ਮੈਨੂੰ ਤਾਂ ਠੀਕ ਲੱਗਦੀ ਹੈ ਕਿ Carry ਜੇ on. ਕਿ ਜੇ ਉਹਦੇ ਨਾਲ ਉਹਦਾ ਭਲਾ ਹੁੰਦਾ ਆ ਹਾਂ, ਤੇ ਠੀਕ ਹੈ ਜੀ। ਕੈਰੀ ਔਨ। ਜੋ ਤੁਹਾਨੂੰ ਸਮਝ ਆਉਂਦਾ ਹੈ ਨਾ, ਉਸ ਨੂੰ ਪ੍ਰੈਕਟੀਕਲ ਕਰਕੇ ਵੇਖੋ ਔਰ ਉਹਦੇ ਆਫਟਰ ਇਫੈਕਟਸ ਦੇਖੋ। ਇਫ ਇਫੈਕਟਸ ਰਿਜ਼ਲਟਸ ਆਰ ਗੁੱਡ, ਫਾਈਨ, ਕੰਟੀਨਿਊ। ਇਫ ਰਿਜ਼ਲਟਸ ਆਰ ਨਾਟ ਗੁੱਡ, ਆਈਦਰ ਦਾ ਸੁਣਨ ਵਾਲਾ ਝਿੜਕ ਖਾਣ ਵਾਲਾ ਡਿਮੋਰਲਾਈਜ਼ ਹੋ ਗਿਆ, ਅਪਸੈਟ ਹੋ ਗਿਆ, ਉਹਨੂੰ ਗਿਲਟ ਫੀਲ ਕਰਾ ਰਹੇ ਹਾਂ। ਨਹੀਂ ਜੇ ਉਹ ਸੁਧਰ ਜਾਵੇ ਸੁਣ ਕੇ, ਦੂਜੇ ਨੂੰ ਸੁਧਾਰਨ ਦਾ ਮੈਂ ਠੇਕਾ ਜੇ ਲਿਆ ਹੋਇਆ ਹੈ ਔਰ ਉਹਦੇ ਨਾਲ ਮੈਨੂੰ ਆਤਮਿਕ ਚੈਨ ਮਿਲਦਾ ਹੈ, ਕੈਰੀ ਔਨ। ਕੀ ਆਪਣਾ ਫਰਜ਼ ਨਹੀਂ ਬਣਦਾ ਕਿ ਆਪਾਂ ਕਿਸੇ ਨੂੰ ਸੱਚ ਦੀ ਗੱਲ ਦੇ ਨਾਲ ਜੋੜੀਏ? ਵੀਰ ਜੀ, ਆਪਣਾ ਫਰਜ਼ ਤੇ ਸਾਰੀ ਦੁਨੀਆ ਨੂੰ ਸਿੱਧੇ ਰਾਹ ਪਾਉਣ ਦਾ ਬਣਦਾ ਹੈ। ਤੇ ਫਿਰ ਇਹ ਤੇ ਅਸੀਂ ਸਾਰਿਆਂ ਨੂੰ ਡੰਡੇ ਨਾਲ ਹਾਕ ਕੇ ਸਿੱਧਾ ਕਰਨਾ ਹੀ ਹੈ। ਇਹ ਤੇ ਫਰਜ਼ ਬਹੁਤ ਖਤਰਨਾਕ ਇਹ ਹੈ। ਤਾਂ ਤਰੀਕੇ ਦੀ ਗੱਲ ਆ ਗਈ ਨਾ ਕਿ ਤਰੀਕਾ ਕਿਹੜਾ ਵਰਤ ਰਿਹਾ। ਪਰ ਆਪਾਂ ਉਪਦੇਸ਼ ਤਾਂ ਗੁਰੂ ਦਾ ਦੂਜੇ ਨੂੰ ਦੇ ਸਕਦੇ ਆ ਨਾ, ਆਪਾਂ ਠੇਕਾ ਇੱਕ ਕਿਸਮ ਨਾਲ ਲਿਆ ਹੀ ਹੋਇਆ ਨਾ। ਠੀਕ ਹੈ, ਪ੍ਰੈਕਟਿਸ ਇਟ, ਕੰਟੀਨਿਊ ਇਟ। ਤਾਂ ਹੀ ਮੈਂ ਗੱਲ ਕਰਦਾ ਕਿ ਸਿਰਫ ਆਪਾਂ ਇੱਕੋ ਐਂਗਲ ਤੋਂ ਨਾ ਗੱਲ ਕਰੀ ਜਾਈਏ ਨਾ, ਦੂਜਾ ਪੱਖ ਵੀ ਸਾਹਮਣੇ ਰੱਖਣਾ ਚਾਹੀਦਾ ਹੈ। ਤੁਸੀਂ ਜੇ ਦੋਨੋਂ ਪੱਖ ਪ੍ਰੈਕਟਿਸ ਕਰ ਸਕਦੇ ਹੋ, ਮੁਬਾਰਕ ਹੈ। ਮੈਨੂੰ ਇੱਕ ਪੱਖ ਸਮਝ ਆਇਆ, ਮੈਨੂੰ ਦੂਜੇ ਪੱਖ ਨਾਲ ਰਿਜ਼ਲਟ ਠੀਕ ਨਹੀਂ ਲੱਗੇ। ਜਦੋਂ ਮੈਂ ਕਿਸੇ ਨੂੰ ਝਿੜਕਿਆ, ਮੈਂ 4 ਦਿਨ ਅਪਸੈਟ ਰਿਹਾ, ਮੈਨੂੰ ਲੱਗਿਆ ਝਿੜਕਣਾ ਮੇਰੇ ਵਾਸਤੇ ਠੀਕ ਨਹੀਂ। ਉਹ ਸੁਧਰੇ ਜਾਂ ਨਾ ਸੁਧਰੇ, ਹੈ ਨਾ। ਇਹ ਆਪਣਾ ਅਪਲਾਈ ਕਰਕੇ ਦੇਖਣਾ ਹੈ। ਜੇ ਤੁਹਾਨੂੰ ਦੋਨੋਂ ਪਾਸੇ ਕੁਛ ਲਾਹਾ ਪ੍ਰਾਪਤ ਹੁੰਦਾ, ਕੈਰੀ ਔਨ। ਟੀਵੀ ਤੇ ਪ੍ਰੋਗਰਾਮ ਆਉਂਦਾ, ਜਿਤਨੀ ਦੁਨੀਆ ਆ ਕੇ ਕਹਿੰਦੀ ਹੈ ਮੇਰਾ ਜੀਵਨ ਸੁਧਰ ਗਿਆ, ਮੈਂ ਤੇ ਉਹਨਾਂ ਨੂੰ ਜਾਣਦਾ ਵੀ ਨਹੀਂ। ਕਈ ਸੁਣਨਾ ਵੀ ਨਹੀਂ ਚਾਹੁੰਦੇ ਨੇ, ਕਈ ਟੀਵੀ ਬੰਦ ਵੀ ਕਰ ਦਿੰਦੇ ਨੇ, ਕਈ ਇਹ ਵੀ ਕਹਿੰਦੇ ਨੇ ਇੰਜ ਕਿਉਂ ਬੋਲਦਾ ਹੈ ਨਾ। ਇੰਡੀਵਿਜੂਅਲ ਦੀ ਮਰਜ਼ੀ ਹੈ ਨਾ। ਅਸੀਂ ਤਾਂ ਕਿਸੇ ਨੂੰ ਨਹੀਂ ਨਾ ਪੜ੍ਹਾ ਰਹੇ, ਅਸੀਂ ਤਾਂ ਕਹਿ ਰਹੇ ਮੈਨੂੰ ਇਹ ਸਮਝ ਆਇਆ ਜੇਕਰ ਜੇ ਤੁਸੀਂ ਮੈਨੂੰ ਪੜ੍ਹਾ ਰਹੇ ਹੋ ਤਾਂ ਜੇ ਮੈਂ ਨਾ ਪੜ੍ਹਾ ਫਿਰ, ਹੈ ਨਾ, ਮੈਂ ਫਿਰ ਵੀ ਇੱਕੋ ਪੱਖ ਗੱਲ ਕਰੀ ਜਾਵਾਂ, ਫਿਰ ਕੀ ਕਰੋਗੇ? ਟੀਵੀ ਬੰਦ ਕਰਾ ਸਕਦੇ ਹੋ, ਮੈਨੂੰ ਚੁੱਪ ਕਰਾ ਸਕਦੇ ਹੋ, ਮੇਰੇ ਨਾਲ ਰੁੱਸ ਸਕਦੇ ਹੋ, ਹੈ ਨਾ। ਇਹਦਾ ਮਤਲਬ ਮੇਰੇ ਐਂਡ 'ਤੇ ਆ, ਮੈਂ ਤੁਹਾਡੀ ਗੱਲ ਮੰਨਣਾ ਹੈ ਨਾ ਮੰਨਣਾ, ਇਹ ਜੀ ਲੋਕਾਂ ਦੇ ਐਂਡ 'ਤੇ ਹੈ ਨਾ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਕਾਮ ਕ੍ਰੋਧ ਅਗਰ ਵੋ ਭਰਿਆ ਮਿ ਸਾਧੂ ਖੰਡਲ ਖੰਡਾਏ, ਪੂਰਬ ਲਿਖ ਲਿਖੇ ਗੁਰ ਪਾਇਆ ਮਨਾਦੇ ਮੰਡਲ ਮੰਡਾਏ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ। ਜਿਸਨੇ ਪੀਣਾ ਹੈ ਇਹ ਸੱਚ ਦਾ ਅੰਮ੍ਰਿਤ, ਜਿਸਨੇ ਸੱਚ ਲੈਣਾ ਹੈ ਉਹ ਨਮਰਤਾ ਨਾਲ ਰਹਿੰਦਾ ਹੈ। ਪਰ ਉਹ ਨਦੀ ਕੋਲ ਖੜਾ ਹੋ ਕੇ ਇੰਝ ਨਹੀਂ ਕਹਿੰਦਾ ਜੇ ਮੇਰੇ ਭਾਗਾਂ 'ਚ ਹੋਏਗਾ ਤਾਂ ਨਦੀ ਦਾ ਪਾਣੀ ਮੇਰੀ ਬੂਕੀ 'ਚ ਆ ਜਾਏਗਾ, ਇਹ ਨਹੀਂ ਕਹਿੰਦਾ। ਅਤੇ ਜੇ ਉਹ ਲੇਟ ਜਾਏ ਪਰ ਬੂਕੀ ਨਾ ਬਣਾਏ ਤਾਂ ਵੀ ਨਦੀ ਦਾ ਪਾਣੀ ਨਹੀਂ ਆਏਗਾ। ਸੋ ਅੰਜਲੀ ਵੀ ਕਰਦਾ ਹੈ, ਨਮਰਤਾ ਦੇ ਭਾਵ ਵਿੱਚ ਵੀ ਆਉਂਦਾ ਹੈ, ਅਤੇ ਸਤਿਗੁਰ ਦੇ ਦਰਿਆ ਦੀ ਨਦੀ ਵਗ ਰਹੀ ਹੈ। ਜਿਸਦਾ ਚਿੱਤ ਕਰਦਾ ਉਹ ਨਮਰਤਾ ਨਾਲ ਲੈ ਲੈਂਦਾ ਹੈ। ਅਸੀਂ ਜ਼ਬਰਦਸਤੀ ਉਹਨੂੰ ਸੁਧਾਰਨ ਵਾਸਤੇ ਪਿਲਾ ਨਹੀਂ ਸਕਦੇ ਹਾਂ, ਨਹੀਂ ਸਕਦੇ ਹਾਂ ਨਾ। ਫਿਰ ਕਿਵੇਂ ਝਿੜਕਾਂਗੇ? ਫਿਰ ਕਿਵੇਂ ਉਹਨੂੰ ਜ਼ਬਰਦਸਤੀ ਸੁਧਾਰਾਂਗੇ? ਕਿਉਂਕਿ ਅਸੀਂ ਮੰਨ ਰਿਹਾ ਮੇਰਾ ਫਰਜ਼ ਬਣਦਾ ਸੁਧਾਰਨਾ, ਪਰ ਨਹੀਂ ਸੁਧਾਰ ਪਾਵਾਂਗੇ ਨਾ। ਜੇ ਉਹ ਨਹੀਂ ਕਰੇਗਾ ਨਹੀਂ ਦੇ ਪਾਵਾਂਗੇ ਨਾ। ਘੋੜੇ ਨੂੰ ਪਾਣੀ ਕੋਲ ਲਿਜਾ ਸਕਦੇ ਆ, ਪਿਲਾ ਨਹੀਂ ਸਕਦੇ ਆ ਨਾ, ਫਿਰ ਕਿਵੇਂ ਸੁਧਾਰਾਂਗੇ? ਨਹੀਂ ਜੇ ਉਹ ਇਸ ਤਰੀਕੇ ਨਾਲ ਸਾਡੇ ਨਾਲ ਜੇ ਹਨਾ ਡਾਂਟਣ ਦੇ ਨਾਲ ਜੇ ਉਹਨੂੰ ਫੀਲ ਹੋ ਜਾਵੇ ਕਿ ਹਾਂ ਬੰਦਾ ਸਹੀ ਗੱਲ ਕਹਿ ਰਿਹਾ, ਜੇ ਆ ਗਿਆ, ਜੇ ਉਹਨੂੰ ਫੀਲ ਹੋ ਜਾਵੇ ਤਾਂ ਠੀਕ ਹੈ ਜੀ। ਨਹੀਂ, ਜੇ ਠੀਕ ਹੈ, ਗਲਤ ਨਹੀਂ ਮੈਂ ਕਹਿ ਰਿਹਾ, ਠੀਕ ਹੈ ਗਲਤ ਉਹ ਤੁਹਾਡੇ ਐਂਡ 'ਤੇ ਹੈ ਨਾ। ਮੈਂ ਤੇ ਸਤਿਗੁਰ ਦੀ ਮੱਤ ਦਾ ਜੀਵਨ ਜੱਜ ਦਾ ਖਜ਼ਾਨਾ ਸਮਝਣ ਦਾ ਯਤਨ ਕਰ ਰਿਹਾ ਕਿ ਇਹਨੂੰ ਆਪਣੇ ਜੀਵਨ ਵਿੱਚ ਅਪਲਾਈ ਕਿਵੇਂ ਕਰਾਂ, ਆਪਣੇ ਵਿਵਹਾਰ ਵਿੱਚ। ਬਸ ਹੋ ਸਕਦਾ ਮੈਨੂੰ ਠੀਕ ਨਾ ਸਮਝ ਆਇਆ ਹੋਵੇ ਨਾ, ਠੀਕ ਹੈ ਨਾ।